ਸਤਿਗੁਰਾਂ ਦੀ ਪਾਵਨ ਜੀਵਨ ਕਥਾ ਦੇ ਵਿੱਚੋਂ ਕੱਲ ਆਪ ਜੀ ਨੇ ਸਰਵਣ ਕੀਤਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਭਾਈ ਲਾਲੋ ਜੀ ਅਥਾਹ ਸ਼ਰਧਾ ਨਾਲ ਕਰ ਰਹੇ ਨੇ। ਤਿੰਨ ਦਿਨ ਬਤੀਤ ਹੋ ਜਾਣ ਤੋਂ ਬਾਅਦ ਭਾਈ ਮਰਦਾਨਾ ਜੀ ਏਮਨਾਬਾਦ ਨੂੰ ਛੱਡ ਕੇ ਜਾਣਾ ਚਾਹੁੰਦੇ ਨੇ। ਮਨ ਬੜਾ ਉਚਾਟ ਹੋ ਗਿਆ। ਜਿਸ ਪਾਸੇ ਵੀ ਕਿਸੇ ਗਲੀ ਬਾਜ਼ਾਰ ਮੁਹੱਲੇ ਵਿੱਚ ਜਾਂਦੇ ਨੇ, ਲੋਕ ਕੁਰਾਈਆ ਤੇ ਡੂਮ ਕਹਿ ਕਹਿ ਕੇ ਭਾਈ ਮਰਦਾਨਾ ਜੀ ਨੂੰ ਬੁਲਾਉਂਦੇ ਨੇ, ਸ਼ੂਦਰ ਕਹਿ ਕਹਿ ਕੇ ਭੰਡਦੇ ਨੇ। ਇਹ ਸਭ ਕੁਝ ਸੁਣ ਕੇ ਮਰਦਾਨਾ ਜੀ ਅੱਕ ਚੁੱਕੇ ਨੇ। ਆਖਣ ਲੱਗੇ, ਬਾਬਾ ਮੇਰਾ ਇੱਥੇ ਚਿੱਤ ਨਹੀਂ ਲੱਗਦਾ। ਮਹਾਰਾਜ ਕਹਿੰਦੇ, ਮਰਦਾਨਿਆਂ ਦੱਸ ਕਿੱਥੇ ਜਾਣਾ ਚਾਹੁੰਦਾ ਹੈ? ਕਹਿੰਦਾ, ਪਾਤਸ਼ਾਹ ਜਿੱਥੇ ਲੈ ਜਾਓਗੇ, ਪਰ ਇੱਥੇ ਨਹੀਂ ਰਹਿਣਾ। ਇੱਥੇ ਭਗਤੀ ਵਾਲਿਆਂ ਦੀ ਕਦਰ ਕੋਈ ਨਹੀਂ, ਨਾਮ ਜਪਣ ਵਾਲਿਆਂ ਦਾ ਸਤਿਕਾਰ ਕੋਈ ਨਹੀਂ। ਇਸ ਏਮਨਾਬਾਦ ਦੀ ਧਰਤੀ ਤੇ ਦਿਨ ਰਾਤ ਪਾਪ ਵਰਤਦਾ ਹੈ। ਸਤਿਗੁਰ ਕਹਿੰਦੇ, ਮਰਦਾਨਿਆਂ ਚਿੰਤਾ ਨਾ ਕਰ, ਸਵੇਰ ਹੁੰਦਿਆਂ ਚੱਲਾਂਗੇ ਭਲਕੇ। ਸਵੇਰ ਵੇਲੇ ਸਤਿਗੁਰਾਂ ਨੇ ਤਿਆਰੀ ਕੀਤੀ ਹੈ ਜਾਣ ਦੀ, ਤੇ ਭਾਈ ਲਾਲੋ ਜੀ ਨੇ ਗਲ ਪੱਲਾ ਪਾਇਆ। ਕਹਿੰਦੇ, ਪਾਤਸ਼ਾਹ ਕੀ ਗੁਨਾਹ ਹੋ ਗਿਆ? ਆਪ ਜੀ ਗਰੀਬ ਦੀ ਕੁੱਲੀ ਨੂੰ ਛੱਡ ਕੇ ਚੱਲੇ ਹੋ। ਮੇਰਾ ਚਿੱਤ ਕਰਦਾ ਕੁਝ ਲੰਮਾ ਸਮਾਂ ਰਹੋ। ਜੇ ਕੋਈ ਗੁਸਤਾਖੀ ਹੋ ਗਈ, ਕੋਈ ਗੁਨਾਹ ਹੋ ਗਿਆ, ਮੈਨੂੰ ਆਪਣਾ ਸੇਵਕ ਜਾਣ ਕੇ ਬਖਸ਼ੋ। ਸਤਿਗੁਰ ਕਹਿੰਦੇ, ਸਾਡਾ ਸਾਥੀ ਮਰਦਾਨਾ ਸੰਗਤ ਵਿੱਚ ਰਹਿਣਾ ਚਾਹੁੰਦਾ ਹੈ, ਇੱਥੇ ਇਹਦਾ ਚਿੱਤ ਨਹੀਂ ਲੱਗਦਾ। ਉੱਥੇ ਬਚਨ ਬਲਾਸ ਹੋਏ। ਭਾਈ ਲਾਲੋ ਜੀ ਨੇ ਵੀ ਸਤਿਗੁਰਾਂ ਨਾਲ ਬਚਨ ਕੀਤੇ ਤੇ ਗੁਰੂ ਸਾਹਿਬ ਜੀ ਨੇ ਵੀ ਬੜਾ ਪਿਆਰਾ ਉਪਦੇਸ਼ ਬਖਸ਼ਿਆ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਕੱਲ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ। ਆਓ ਕੁਝ ਸਮਾਂ ਮਨ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪਾਓ ਪ੍ਰੇਮ ਦੀ ਸਾਂਝ ਗੱਜ ਵੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਰੋਨ ਸੁਨੇ ਬਚ ਫਿਰ ਕਹਿਓ ਤੇ, ਸੱਚ ਕਹੂੰ ਏ ਕੂਰ ਨਰਾਈ। ਜਿਸ ਵੇਲੇ ਭਾਈ ਲਾਲੋ ਨੇ ਮਰਦਾਨਾ ਜੀ ਦੇ ਜਾਣ ਦਾ ਕਾਰਨ ਸੁਣਿਆ, ਆਖਣ ਲੱਗੇ, ਮਹਾਰਾਜ ਇਹ ਕਲਯੁਗ ਦਾ ਵੇਲਾ ਹੈ। ਇੱਥੇ ਭਗਤੀ ਕਰਨ ਵਾਲਿਆਂ ਨੂੰ ਲੋਕਾਂ ਨੇ ਸ਼ੂਦਰ ਵੀ ਕਹਿਣਾ ਤੇ ਕਮੀਨੀ ਜਾਤ ਵੀ ਕਹਿਣਾ, ਪਰ ਮੈਨੂੰ ਫਰਕ ਨਹੀਂ ਪੈਂਦਾ ਲੋਕ ਮੈਨੂੰ ਕੀ ਕਹਿੰਦੇ ਆ। ਸੱਚਮੁੱਚ ਫਰਕ ਨਹੀਂ ਸੀ ਭਾਈ ਲਾਲੋ ਨੂੰ। ਲੋਕ ਮਾੜਾ ਕਹਿੰਦੇ ਆ, ਨੀਚ ਜਾਤ ਕਹਿੰਦੇ ਆ, ਕੋਈ ਬੁਲਾ ਕੇ ਰਾਜੀ ਨਹੀਂ। ਜੇ ਕੋਈ ਘਰੇ ਸਾਧੂ ਮਹਾਤਮਾ ਆਉਂਦਾ ਤੇ ਲੋਕੀ ਜਲੀਲ ਕਰਦੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਲਾਲੋ ਦਾ ਸਿਦਕ ਸੁਣਿਆ ਤੇ ਸੁਣਾ ਰਹੇ ਨੇ ਮਰਦਾਨਾ ਜੀ ਨੂੰ। ਕਹਿੰਦੇ ਨੇ ਭਾਈ ਲਾਲੋ ਨੂੰ ਤੇ ਸਮਝਾਉਂਦੇ ਨੇ ਮਰਦਾਨਾ ਜੀ। ਸਤਿਗੁਰ ਕਹਿੰਦੇ, ਲਾਲੋ ਜੀ ਸੱਚਮੁੱਚ ਇਸ ਗੱਲ ਵਿੱਚ ਕੋਈ ਕੂੜ ਨਹੀਂ ਹੈ, ਕੋਈ ਝੂਠ ਨਹੀਂ ਹੈ। ਜਿੱਥੇ ਕਲਯੁਗ ਦਾ ਵੇਲਾ ਭਗਤੀ ਵਾਲਿਆਂ ਵਾਸਤੇ ਬੜਾ ਮਹਾਨ ਹੈ, ਪੂਜਨੀਕ ਹੈ, ਉੱਥੇ ਇਹ ਕਲਯੁਗ ਦਾ ਜਿਹੜਾ ਯੁੱਗ ਹੈ ਨਾ, ਇਹ ਵਕਤ ਹੈ, ਇਹ ਬੁਰਾ ਵੀ ਬਹੁਤ ਹੈ। ਦੋਨੇ ਪੱਖ ਇਹਦੇ 'ਚ ਬਰਾਬਰ ਚੱਲਦੇ ਆ। ਇੱਥੇ ਜਿੰਨੇ ਕੋਈ ਪਾਪ ਕਰਦਾ ਹੈ, ਛੇਤੀ ਫਲ ਨਹੀਂ ਮਿਲਦਾ, ਸਮਾਂ ਲੱਗ ਜਾਂਦਾ ਹੈ। ਤੇ ਪੁੰਨ ਵੀ ਕਿਸੇ ਨੇ ਕੀਤੇ ਹੋਣ ਤੇ ਉਹਨੂੰ ਵੀ ਸਮਾਂ ਲੱਗਦਾ। ਇਨਸਾਫ ਲਈ ਦੁਨੀਆ ਦਰ ਦਰ ਭਟਕਦੀ, ਪਰ ਮਿਲਦਾ ਜ਼ਰੂਰ ਹੈ। ਮਰਦ ਕਹਿੰਦੇ, ਕਲਯੁਗ ਦੇ ਵਿੱਚ ਭਾਈ ਕੇਵਲ ਨਾਮ ਦੀ ਪ੍ਰਧਾਨਗੀ ਹੈ। ਇੱਥੇ ਪਾਪ ਵਜਰ ਤੇ ਕੂੜ ਸਦਾ ਪ੍ਰਧਾਨ ਹੋਣਗੇ। ਹੈ ਬਿਕਰਾਲ ਸੰਸਾਰ ਵਿਆਕੁਲ, ਆਗ
ਪਾਗਲ ਸੁਧ ਨਾ ਜਾਣਤ ਕਾਈ। ਭਾਈ ਲਾਲੋ ਪੁੱਛਦੇ, ਕਹਿੰਦੇ ਮਹਾਰਾਜ ਦੁਨੀਆ ਐਸੀ ਕਿਉਂ ਹੈ, ਕਿਉਂ ਐਸੀ ਦੁਨੀਆ? ਸਤਿਗੁਰ ਕਹਿੰਦੇ ਦੁਨੀਆ ਵਿਆਕੁਲ ਹੋ ਚੁੱਕੀ ਹੈ। ਵਿਆਕੁਲ ਨਾਮ ਹੈ ਝੱਲੀ। ਕਿਸੇ ਬੰਦੇ ਨੂੰ ਝੱਲ ਚੜ ਜੇ, ਪਾਗਲਪੰਤੀ ਆ ਜੇ, ਸਮਝ ਸਕਦਾ ਹੋ? ਮਰਦ ਕਹਿੰਦੇ ਲੋਕ ਪਾਪਾਂ ਵਿੱਚ ਝੱਲੇ ਹੋ ਗਏ ਨੇ। ਹਰ ਬੰਦੇ ਨੂੰ ਇੱਥੇ ਤਮਾ ਲੱਗੀ ਹੋਈ ਵਿਕਾਰਾਂ ਦੀ, ਤੇ ਝੱਲਾ ਹੋਇਆ ਸੰਸਾਰ ਕਲਪਦਾ ਵਿਲਕਦਾ ਵਿਆਕੁਲ ਹੋਇਆ ਫਿਰਦਾ। ਇਹਨੂੰ ਦਿਨ ਰਾਤ ਪਤਾ ਹੀ ਨਹੀਂ ਲੱਗਦਾ। ਸੱਚਮੁੱਚ ਜੇ ਇਕੱਲੇ ਬਹਿ ਕੇ ਸੋਚੀਏ, ਆਪਾਂ ਦੁਨੀਆ ਦੇ ਵਹਿਣ ਵਿੱਚ ਵਹੇ ਜਾ ਰਹੇ ਹਾਂ। ਦੁਨੀਆ ਜਾ ਕਿੱਥੇ ਰਹੀ ਹੈ? ਚਲੋ ਦੁਨਿਆਵੀ ਗੱਲ ਕਰ ਲਓ, ਕਿਸੇ ਮੋੜ ਤੇ ਕਿਸੇ ਸੜਕ ਤੇ ਖੜ ਜਾਓ, ਖੜ ਕੇ ਸੋਚੋ ਵੀ ਗੱਡੀਆਂ ਦੀ ਰਫ਼ਤਾਰ, ਕੋਈ ਸੱਜੇ ਭੱਜਿਆ ਜਾਂਦਾ ਹੈ, ਕੋਈ ਖੱਬੇ, ਜਾਣਾ ਕਿੱਥੇ ਹੈ? ਉੱਡਦੇ ਜਹਾਜ਼ਾਂ ਨੂੰ ਵੇਖੋ, ਕੋਈ ਕਿਸ ਪਾਸੇ ਜਾ ਰਿਹਾ, ਕੋਈ ਕਿਸ ਪਾਸੇ ਜਾ ਰਿਹਾ ਹੈ। ਕੰਨਿਆ ਕੁਮਾਰੀ ਵਾਲਾ ਕਹਿੰਦਾ ਮੇਰੀ ਮੰਜ਼ਿਲ ਕਸ਼ਮੀਰ ਹੈ, ਕਸ਼ਮੀਰ ਵਾਲਾ ਕਹਿੰਦਾ ਮੇਰੀ ਮੰਜ਼ਿਲ ਕੰਨਿਆ ਕੁਮਾਰੀ ਹੈ। ਵਿਦੇਸ਼ਾਂ ਵਾਲੇ ਭਾਰਤ ਵਿੱਚ, ਏਸ਼ੀਆ 'ਚ, ਏਸ਼ੀਆ ਵਾਲੇ ਯੂਰਪ ਵਿੱਚ, ਖਲਕਤ ਭੱਜੀ ਫਿਰਦੀ ਹੈ। ਜ਼ਮਾਨਾ ਕਮਲਾ ਹੋਇਆ ਫਿਰਦਾ ਹੈ। ਮਰਦ ਕਹਿੰਦੇ ਸਾਰੀ ਦੁਨੀਆ ਹੀ ਵਿਆਕੁਲ ਹੋ ਗਈ, ਨਾ ਸਮਝ ਹੋਈ ਫਿਰਦੀ ਹੈ। ਇੱਥੇ ਸਮਝ ਕੇ ਵੀ ਕੋਈ ਸਮਝਣਾ ਚਾਹੁੰਦਾ ਨਹੀਂ। ਬੈਠਤ ਊਠਤ ਤੂਸ਼ਨ ਬੋਲਤ ਚਾਲਤ ਨਾਹਨ ਮੇਵੈ ਭਾਈ। ਭਾਈ ਇੱਥੇ ਸੰਸਾਰ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਟਿਕਦਾ ਨਹੀਂ ਹੈ, ਕਲਪ ਰਿਹਾ, ਭਟਕ ਰਿਹਾ। ਇਹ ਦੁਨੀਆ ਦੀ ਹਾਲਤ ਬਣ ਚੁੱਕੀ ਹੈ। ਅੱਜ ਵੀ ਇਹੀ ਹਾਲ ਹੈ। ਸਾਰਾ ਸੰਸਾਰ ਵਿਆਕੁਲ ਹੋਇਆ ਫਿਰਦਾ। ਮਰਦ ਕਹਿੰਦੇ ਦੁਨੀਆ ਦੀ ਹਾਲਤ ਕੀ ਹੋਈ ਪਈ ਹੈ? ਸਥਿਰ ਹੈ ਕੋਈ? ਟਿਕਿਆ ਹੋਇਆ ਹੈ? ਕਿਸੇ ਬੰਦੇ ਨੂੰ ਟਿਕਾ ਹੈ ਜੀ? ਦੱਸੋ। ਚਾਹੇ ਉਹ ਸਾਡੇ ਵਰਗੇ ਧਰਮੀ ਹੋਣ ਜਾਂ ਕੋਈ ਦੁਨਿਆਵੀ ਹੋਵੇ, ਕਿਸੇ ਬੰਦੇ ਨੂੰ ਕਦੇ ਵੀ ਚੈਨ ਨਹੀਂ। ਪੀਸ ਆਫ ਮਾਈਂਡ ਦੱਸੋ ਕਿਹਦੇ ਕੋਲੇ ਹੈ? ਅੱਜ ਪੀਸ ਆਫ ਮਾਈਂਡ ਦੇ ਨਾਂ ਤੇ ਬੜੇ ਛਲਜੰਤਰ ਹੋ ਰਹੇ ਆ। ਪੈਸਾ ਇਕੱਠਾ ਕੀਤਾ ਜਾਂਦਾ ਹੈ, ਧਰਮ ਦੀਆਂ ਗੱਲਾਂ ਬਨਾਵਟੀ ਦੱਸੀਆਂ ਜਾਂਦੀਆਂ ਨੇ। ਇਦਾਂ ਕਰੋਗੇ ਮਨ ਸ਼ਾਂਤ ਹੋ ਜਾਊਗਾ, ਆਹ ਕਰ ਲਓਗੇ ਤੇ ਮਨ ਟਿਕ ਜਾਏਗਾ, ਪੀਸ ਹੋ ਜਾਏਗਾ। ਦੱਸੋ ਹੋਇਆ ਕਿਸੇ ਦਾ? ਲੋਕਾਂ ਨੂੰ ਸਮਝਾਉਣ ਵਾਲੇ ਸ਼ਾਂਤੀ ਮਿਲਦੀ ਕਿਵੇਂ ਹੈ? ਉਹ ਵੀ ਕੋਰਟ ਕਚਹਿਰੀਆਂ 'ਚ ਧੱਕੇ ਖਾ ਰਹੇ ਆ, ਉਹ ਵੀ ਤੁਰੇ ਫਿਰਦੇ ਆ ਵੀ ਸਾਡੀ ਜ਼ਮੀਨ ਇੰਨੀ, ਸਾਡਾ ਪੈਸਾ ਇੰਨਾ ਏ ਤੇ ਸਾਡੀ ਥਾਂ ਇੰਨੀ ਹੈ। ਲੋਕਾਂ ਨੂੰ ਸਮਝਾਉਂਦੇ ਜੋ ਉਪਦੇਸ਼ ਗੁਰੂ ਸਾਹਿਬ ਉਧਰ ਹੀ ਇਸ਼ਾਰਾ ਕਰਦੇ ਨੇ। ਕਹਿੰਦੇ ਕਲਯੁਗ ਦਾ ਐਸਾ ਜ਼ਮਾਨਾ ਹੈ, ਇੱਥੇ ਕੋਈ ਕਿਸੇ ਤੋਂ ਸੰਤੁਸ਼ਟ ਨਹੀਂ ਹੋਏਗਾ। ਆਖੋ ਸਤਨਾਮ। ਕਾਰਨ ਉਹਦਾ ਕੀ ਹੈ? ਮਤਲਬ ਹਰ ਇਨਸਾਨ ਦੂਜੇ ਵੱਲ ਉਂਗਲ ਕਰੇਗਾ, ਖੁਦ ਨੂੰ ਬ੍ਰਹਮਚਾਰੀ ਦੱਸੇਗਾ। ਅੱਜ ਕਲਯੁਗ ਦੀ ਇਹ ਦਸ਼ਾ ਹੈ। ਜਿਸ ਬੰਦੇ ਨੂੰ ਮਰਜ਼ੀ ਛੇੜ ਕੇ ਵੇਖੋ, ਕਹਿੰਦਾ ਮੈਂ ਪਰਫੈਕਟ ਹਾਂ, ਮੇਰੇ ਤੋਂ ਵੱਧ ਅਕਲ ਹੈ ਕਿਸੇ ਨੂੰ? ਜਿੰਨਾ ਮੈਂ ਸਿਆਣਾ, ਜਿੰਨੀ ਸਮਝ ਮੈਨੂੰ ਹੈ, ਦੁਨੀਆ ਤੇ ਮਾਂ ਨੇ ਜੰਮਿਆ ਨਹੀਂ ਕੋਈ। ਪਰ ਹਰ ਬੰਦਾ ਹੀ ਕਮਲਾ ਹੋਇਆ ਫਿਰਦਾ ਹੈ। ਕਿਸੇ ਨੂੰ ਕੋਈ ਸ਼ੌਂਕ, ਕਿਸੇ ਨੂੰ ਕੋਈ ਸ਼ੌਂਕ, ਕਿਸੇ ਨੂੰ ਕੋਈ ਲਾਲਚ, ਕਿਸੇ ਨੂੰ ਕੋਈ। ਮਰਦ ਕਹਿੰਦੇ ਸੌਂਦੇ ਜਾਗਦੇ ਉੱਠਦੇ ਬਹਿੰਦੇ, ਲੋਕ ਟਿਕਦੇ ਨਹੀਂ। ਭਾਈ ਲਾਲੋ ਕਿਹੜੀ ਦੁਨੀਆ ਦੀ ਗੱਲ ਕਰਦਾ ਹੈ? ਕਿਹੜੇ ਸੰਸਾਰ ਦੀਆਂ ਆਸਾਂ ਲਾਈ ਬੈਠਾ ਏ? ਇੱਥੇ ਕੋਈ ਚੰਗਾ ਨਹੀਂ ਹੈ। ਸ਼ਰਮ ਧਰਮ ਪਾਖੰਡ ਜੋ ਦਿਸਦਾ ਨਾ, ਇੱਥੇ ਸਭ ਕੂੜ ਹੈ। ਸਭ ਕਮਾ ਰਹੇ ਨੇ, ਝੂਠ ਨੂੰ ਕਮਾ ਰਹੇ ਨੇ ਲੋਕੀ। ਕੂੜ ਫੇਰਾ ਪ੍ਰਧਾਨ ਵੇ ਲਾਲੋ। ਇੱਥੇ ਪ੍ਰਧਾਨ ਝੂਠ ਵੀ ਹੈ। ਇੱਥੇ ਪਖੰਡ ਤੇ ਕਰਮ ਕਾਂਡ ਮੋਹਰੀ ਹੈ। ਹਰ ਥਾਂ ਇਹਨਾਂ ਦੀ ਚੱਲਦੀ ਹੈ। ਤੁਸੀਂ ਕਿਸੇ ਧਾਰਮਿਕ ਮੰਦਿਰ ਚਲੇ ਜਾਓ, ਗੁਰਦੁਆਰੇ ਚਲੇ ਜਾਓ, ਚਰਚ ਚਲੇ ਜਾਓ, ਮਸਜਿਦ ਚਲੇ ਜਾਓ, ਸੱਚੀ ਰੱਬ ਨੂੰ ਹਾਜ਼ਰ ਜਾਣ ਕੇ ਦੱਸਿਓ ਪਖੰਡ ਕਿੱਥੇ ਕਿੱਥੇ ਨਹੀਂ ਦਿਸਦਾ। ਧਰਮ ਪਖੰਡ ਨਹੀਂ ਹੈ, ਪਰ ਧਰਮ ਦੇ ਨਾਲ ਖੜੇ ਹੈ, ਧਰਮ ਦੇ ਦਰ ਤੇ ਖੜੇ ਹੈ। ਮਰਜ ਉਧਰ ਇਸ਼ਾਰਾ ਕਰਦੇ ਆ, ਕਹਿੰਦੇ ਦੁਨੀਆ ਸਾਰੀ ਕਲਪੀ ਪਈ ਹੈ। ਲੋਕ ਭਟਕੇ ਪਏ ਨੇ, ਕਿਸੇ ਕੋਲ ਸ਼ਰਮ ਨਹੀਂ, ਕਿਸੇ ਕੋਲ ਧਰਮ ਨਹੀਂ। ਹਰ ਇੱਕ ਬੰਦਾ ਸਿਆਣਾ ਏ। ਨਾ ਗੁਜਰੈ ਏ ਨਾਲ ਭਲੇ ਕਿ ਵਹੀ ਇਸ ਬੀਚ ਨਹੀਂ ਬਨ ਆਈ। ਗੁਰੂ ਸਾਹਿਬ ਕਹਿੰਦੇ ਕਲਯੁਗ ਵਿੱਚ ਕਿਸੇ ਦੀ ਕਿਸੇ ਨਾਲ ਨਹੀਂ ਬਣਨੀ, ਤੇ ਬਣ ਵੀ ਨਹੀਂ ਰਹੀ। ਇੱਥੇ ਕੋਈ ਸੁਖੀ ਨਹੀਂ ਹੋਏਗਾ। ਹੈ ਕੋਈ ਸੁਖੀ? ਮਰਦ ਕਹਿੰਦੇ ਜਿੰਨਾ ਮਰਜੀ ਭਲਾ ਸੋਚੀ ਜਾਇਓ, ਜਿੰਨਾ ਮਰਜੀ ਭਲਾ ਕਰੀ ਜਾਇਓ,
ਹੋਣਾ ਉਹੀ ਆ ਜੋ ਤੁਸੀਂ ਚਾਹਿਆ ਨਹੀਂ, ਆਖੋ ਸਤਨਾਮ। ਉਹੀ ਤੁਹਾਡੇ ਨਾਲ ਹੋਣਾ। ਲੱਖ ਜੀ ਦੇ ਮਰਜ਼ੀ ਲਈ ਜਾਨ ਵਾਰ ਦਿਓ, ਅਗਲਾ ਹੀ ਸਿਖਾ ਦਿੰਦਾ ਤੂੰ ਚੀਜ਼ ਕੀ ਹੈ, ਤੂੰ ਹੈ ਕੀ ਹੈ। ਸਤਿਗੁਰ ਕਹਿੰਦੇ ਲਾਲੋ, ਜਿਸ ਸ਼ਹਿਰ ਵਿੱਚ ਤੂੰ ਵਸਦਾ ਭਾਈ, ਇੱਥੇ ਸਾਰੇ ਕਲਪਦੇ ਆ, ਇੱਥੇ ਸਾਰੇ ਤੜਫਦੇ ਆ। ਗੁਰੂ ਨਾਨਕ ਸਾਹਿਬ ਜੀ ਦਾ ਇਸ਼ਾਰਾ ਸਮੁੱਚੀ ਕਲਯੁਗ ਦੀ ਕਾਇਨਾਤ ਵੱਲ ਹੈ, ਦੁਨੀਆ ਵੱਲ ਹੈ। ਭਾਈ ਲਾਲੋ ਦੇ ਪਰਥਾਏ ਮਰਜ ਸਾਨੂੰ ਸਮਝਾ ਰਹੇ ਨੇ। ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਅੰਮ੍ਰਿਤ ਬਚਨ ਗੁਰਬਾਣੀ ਦਾ ਉਚਾਰਨ ਕੀਤਾ, ਪਰ ਇਹ ਬਚਨ ਜੋ ਤੁਸੀਂ ਸੁਣ ਰਹੇ ਹੋ 1430 ਅੰਗਾਂ ਤੇ ਦਰਜ ਨਹੀਂ ਹੈ। ਪਰ ਮੈਂ ਸ਼ਬਦ ਵਰਤਿਆ ਗੁਰਬਾਣੀ। ਤੁਸੀਂ ਕਹੋਗੇ ਭਾਈ ਸਾਹਿਬ ਜਿਹੜੀ ਗੁਰਬਾਣੀ ਹੈ ਉਹ ਤਾਂ 1430 ਅੰਗਾਂ ਤੇ ਸੁਸ਼ੋਭਿਤ ਹੈ। ਹਾਂ ਹੈ, ਪਰ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜੀ ਉੱਤੇ ਤੁਹਾਨੂੰ ਇਹ ਸ਼ਬਦ ਨਹੀਂ ਮਿਲੇਗਾ। ਭਾਈ ਬੰਨੋ ਜੀ ਵਾਲੀ ਬੀੜੀ ਉੱਤੇ ਜੋ ਉਤਾਰਾ ਕਰ ਲਿਆ ਸੀ ਉਹਨਾਂ ਨੇ ਬਾਈਂਡਿੰਗ ਵੇਲੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੇਲੇ, ਇਹ ਸ਼ਬਦ ਉਸ ਸਰੂਪ ਵਿੱਚ ਅੱਜ ਵੀ ਦਰਜ ਹੈ। ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਨੂੰ ਉਪਦੇਸ਼ ਬਖਸ਼ਦੇ ਨੇ। ਸ੍ਰੀ ਮੁਖ ਵਾਕ ਇਸ ਕਲਿਓ ਪੰਜ ਪੀਤਿਓ, ਕਿਉਂ ਕਰ ਰੱਖਾ ਪਤ। ਮਹਾਰਾਜ ਕਹਿੰਦੇ ਸੰਸਾਰ ਦੀ ਹਾਲਤ ਇਹ ਹੈ, ਇਸ ਕਲਿਓ ਪੰਜ ਪੀਤਿਓ। ਕਲਿਓ ਨਾਮ ਹੈ ਕਲਯੁਗ ਦਾ, ਪੀਤਿਓ ਨਾਮ ਹੈ ਪੰਜ ਕੰਧਾਂ ਵਿਕਾਰਾਂ ਦੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਅੱਗੇ ਫਿਰ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਕਰਕੇ ਚੱਲਦਾ ਹੈ। ਕਾਮ ਸਪਰਸ਼ ਨਾਲ ਕੰਮ ਕਰਦਾ ਹੈ, ਗੰਧ ਨੱਕ ਨਾਲ ਕੰਮ ਕਰ ਰਹੀ ਹੈ, ਪਰਫਿਊਮਾਂ ਸੁਗੰਧੀਆਂ। ਮਰਦ ਕਹਿੰਦੇ ਪੰਜ ਵਿਕਾਰ ਇਸ ਜ਼ਮਾਨੇ ਦੇ ਵਿੱਚ ਇਸ ਕੰਧ ਸਰੀਰ ਵਿੱਚ ਸਮਾਏ ਹੋਏ ਆ ਤੇ ਬਾਹਰ ਵੀ ਵਰਤਦੇ ਆ। ਸਾਡੇ ਅੰਦਰ ਵਿਕਾਰ ਨੇ ਨਾ, ਸਾਰੀ ਦੁਨੀਆ ਮੰਨਦੀ ਆ, ਜੀਵਾਂ ਵਿੱਚ ਵੀ ਨੇ। ਪ੍ਰਗਟ ਕਿਵੇਂ ਹੁੰਦੇ ਆ? ਸਾਹਮਣੇ ਕਿਸੇ ਨੇ ਖੁਸ਼ਬੂ ਲਾਇਆ, ਤਰਫਲੇਲ ਲਾਇਆ, ਬੰਦੇ ਦੇ ਅੰਦਰ ਦਾ ਵਿਕਾਰ ਪ੍ਰਗਟ ਹੋ ਜਾਂਦਾ ਹੈ। ਕਿਸੇ ਨੇ ਬਨਾਵਟੀ ਆਰਟੀਫੀਸ਼ਲ ਫੇਸ ਤੇ ਕੁਝ ਲਾਇਆ ਹੋਇਆ ਹੈ, ਕੱਪੜਿਆਂ ਦੀ ਬਨਾਵਟ ਕਰਕੇ ਪਾਈ ਹੈ। ਬਹੁਤੀ ਚਮਕ ਦਮਕ ਵਾਲਾ ਬੰਦਾ ਤੇ ਬਹੁਤੀ ਟੌਰ ਕੱਢਣ ਵਾਲਾ, ਮਾਫ ਕਰਿਓ, ਹਮੇਸ਼ਾ ਕਾਮੀ ਹੁੰਦਾ। ਆਖੋ ਸਤਨਾਮ। ਕਾਮੀ ਬੰਦੇ ਦਾ ਜ਼ੋਰ ਲੱਗਦਾ, ਮੈਂ ਸੋਹਣਾ ਲੱਗਾ, ਮੈਨੂੰ ਜ਼ਮਾਨਾ ਵੇਖੇ, ਮੇਰੇ ਕੱਪੜਿਆਂ ਦੀ ਬਣਤਰ ਲੱਗ ਹੋਵੇ, ਮੇਰਾ ਚਿਹਰਾ ਲੱਗ ਦਿਸੇ। ਉਹ ਬੁੱਢਾ ਵੀ ਹੋ ਜੇ 70 ਸਾਲਾਂ ਦਾ, ਫਿਰ ਵੀ ਕਹਿੰਦਾ ਮੂੰਹ ਕਾਲਾ ਜਾ ਕਰਕੇ ਸਮਾਰਟ ਲੱਗਦਾ। ਮਰਜ ਦੱਸ ਰਹੇ ਆ, ਕਹਿੰਦੇ ਭਾਈ ਕਿਸੇ ਦਾ ਚਿੱਤ ਟਿਕਾਣੇ ਨਹੀਂ। ਇੱਥੇ ਕਿਸੇ ਕੋ ਰੱਬ ਦੀ ਗੱਲ ਕਰਕੇ ਵੇਖੋ, ਜੇ ਉਹ ਤੁਹਾਡੀ ਸਾਰੀ ਸੁਣ ਜੇ ਤੇ ਕਹਿ ਦਿਓ ਟਿਕਾਣੇ ਹੈ ਚਿੱਤ ਕਿਸੇ ਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ। ਮਰਜ ਕਹਿੰਦੇ ਪੰਜ ਦੇ ਪੰਜ ਵਿਕਾਰ ਹਰ ਬਾਡੀ ਨੂੰ, ਹਰ ਸਰੀਰ ਨੂੰ ਘੇਰੀ ਬੈਠੇ ਆ। ਕੱਲਾ ਸਰੀਰ ਨਹੀਂ, ਮਨ ਉੱਤੇ ਹਾਵੀ ਨੇ, ਮਨ ਉੱਤੇ ਭਾਰੂ ਨੇ। ਮਨ ਕਿਸੇ ਵੀ ਧਰਮ ਦੀ ਥਾਂ ਤੇ ਹਾਜ਼ਰ ਨਹੀਂ ਹੈ, ਕਿਤੇ ਵੀ ਹਾਜ਼ਰ ਨਹੀਂ ਹੈ। ਇਹ ਹਰ ਵੇਲੇ ਪਾਪ ਕਮਾਉਂਦਾ ਹੈ। ਸਾਹਿਬ ਕਹਿੰਦੇ ਦੁਨੀਆ ਦੀ ਇਹ ਹਾਲਤ ਬਣ ਗਈ ਟੋਕਾ ਟਾਕੀ ਦੀ। ਜ਼ਮਾਨਾ ਹਮੇਸ਼ਾ ਦੂਜੇ ਨੂੰ ਲੈਕਚਰ ਝਾੜਦਾ ਹੈ। ਧਾਰਮਿਕ ਸਥਾਨਾਂ ਤੋਂ ਲੈ ਕੇ ਹਰ ਥਾਂ ਤੇ ਅੱਜ ਕੱਲ੍ਹ ਇਹੀ ਕੁਛ ਹੈ। ਵੱਡੇ ਤੋਂ ਲੈ ਕੇ ਛੋਟੇ ਤੱਕ ਜਿਹਨੂੰ ਮਰਜ਼ੀ ਵੇਖ ਲਓ, ਛੋਟੇ ਵੱਡਿਆਂ ਨੂੰ ਸਬੱਤਾਂ ਦੇਈ ਜਾਂਦੇ, ਵੱਡੇ ਛੋਟਿਆਂ ਨੂੰ ਦੇਈ ਜਾਂਦੇ। ਹਰ ਬੰਦੇ ਦਾ ਜ਼ੋਰ ਲੱਗਿਆ, ਤੂੰ ਮੇਰੀ ਕਿਉਂ ਨਹੀਂ ਮੰਨਦਾ, ਮੇਰੇ ਮੁਤਾਬਕ ਕਿਉਂ ਨਹੀਂ ਚੱਲਦਾ, ਮੈਂ ਸਮਝਾਉਣਾ ਸੁਣਦਾ ਕਿਉਂ ਨਹੀਂ। ਸਤਿਗੁਰ ਕਹਿੰਦੇ ਭਾਈ ਲਾਲੋ ਕਿਹੜੀ ਦੁਨੀਆ ਦੀ ਗੱਲ ਕਰਦਾ ਹੈ? ਇੱਥੇ ਤੇ ਸਾਰੇ ਸੰਸਾਰ ਦੀ ਹਾਲਤ ਐਸੀ ਬਣੀ ਪਈ ਹੈ। ਕਿਸੇ ਦਾ ਚਿੱਤ, ਕਿਸੇ ਦਾ ਮਨ, ਕਿਸੇ ਦਾ ਦਿਲ ਕਦੇ ਟਿਕਾਣੇ ਨਹੀਂ। ਜੇ ਬੋਲਾਂ ਤਾਂ ਆਖੀਐ, ਬੜ ਬੜ ਕਰੇ ਬਹੁਤ। ਕਹਿੰਦੇ ਜੇ ਮੈਂ ਬੋਲਾਂ, ਲੋਕੀ ਕਹਿੰਦੇ ਚੁੱਪ ਹੀ ਨਹੀਂ ਕਰਦਾ, ਬੜਾ ਬੜਬੜ ਕਰਦਾ ਹੈ। ਜੇ ਬੋਲਾਂ ਤਾਂ ਆਖੀਐ, ਬੜਬੜ ਕਰ ਹੈ ਨਿਤ। ਧਿਆਨ ਦੇ ਕੇ ਸੁਣਿਓ, ਹਾਲਤ ਸੱਚੀ ਸੰਸਾਰ ਦੀ ਐਸੀ ਹੈ। ਬਹੁਤਾ ਬੋਲਣ ਵਾਲਾ ਕਿਸੇ ਨੂੰ ਚੰਗਾ ਲੱਗਦਾ ਹੈ? ਸਾਡੇ ਪਰਿਵਾਰ ਦਾ ਕੋਈ ਮੈਂਬਰ ਬਹੁਤਾ ਬੋਲਦਾ, ਸਾਨੂੰ ਚੰਗਾ ਲੱਗਦਾ ਜੀ? ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੁਨੀਆ ਤਾਂ ਵੀ ਖੁਸ਼ ਨਹੀਂ ਜੇ ਤੁਸੀਂ ਬਹੁਤਾ ਬੋਲਦੇ ਹੋ। ਕਹਿੰਦੇ ਬੜਬੜ ਕਰਦਾ ਹੈ, ਬੱਕ ਬੱਕ ਕਰਦਾ ਹੈ, ਬੱਕਰੀ ਵਾਂਗ ਉਹ ਮੂੰਹ ਮਾਰਦੀ ਰਹਿੰਦੀ ਹੈ, ਮੂੰਹ ਬੋਲਦਾ ਰਹਿੰਦਾ ਹੈ। ਇਹਨੇ ਕਦੇ ਚੁੱਪ ਨਹੀਂ ਹੋਣਾ। ਚੁੱਪ ਕਰਾਂ ਤਾਂ ਆਖੀਐ, ਇਤ ਘਟ ਨਾਹੀ ਮਤ। ਸਤਿਗੁਰ ਕਹਿੰਦੇ ਅਸੀਂ ਤਜਰਬਾ ਕਰਕੇ ਕਲਯੁਗ ਦੇ ਸਮੇਂ ਵਿੱਚ ਵੇਖਿਆ, ਜੇ ਚੁੱਪ ਰਹਿਣ ਲੱਗ ਜਾਈਏ ਨਾ, ਲੋਕੀ ਕਹਿੰਦੇ ਇਸ ਘਟ ਨਾਹੀ ਮਤ।
ਉਹ ਇਹਨੂੰ ਅਕਲ ਨਹੀਂ, ਇਹ ਤਾਂ ਨਹੀਂ ਬੋਲਦਾ, ਇਹ ਮੂਰਖ ਹੈ, ਇਹਨੂੰ ਸਮਝ ਨਹੀਂ ਦੁਨੀਆਦਾਰੀ ਦੀ, ਇਹਨੂੰ ਬੋਲਣਾ ਨਹੀਂ ਆਉਂਦਾ, ਬੈਸਣਾ ਨਹੀਂ ਆਉਂਦਾ, ਸਮਝਾਉਣਾ ਨਹੀਂ ਆਉਂਦਾ। ਕਹਿੰਦੇ ਅਕਲ ਹੋਵੇ ਤਾਂ ਬੋਲੇ। ਇੱਥੇ ਤੇ ਚੁੱਪ ਹੋਣਾ ਵੀ ਗੁਨਾਹ ਹੈ। ਆਖੋ ਸਤਨਾਮ। ਚੁੱਪ ਬੰਦੇ ਨੂੰ ਲੋਕੀ ਉਂਗਲਾਂ ਮਾਰ ਮਾਰ ਕਹਿਣਗੇ ਓਏ ਬੋਲਦਾ ਕਿਉਂ ਨਹੀਂ ਤੂੰ, ਚੁੱਪ ਚੁੱਪ ਰਹਿਣਾ ਏ। ਸਤਿਗੁਰ ਕਹਿੰਦੇ ਚੁੱਪ ਹੋ ਕੇ ਵੇਖਿਆ, ਇੱਥੇ ਚੁੱਪ ਵੀ ਕੋਈ ਨਹੀਂ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਕਹਿੰਦੇ ਚੁੱਪ ਕਰਕੇ ਵੇਖਿਆ, ਚੁੱਪ ਹੋਇਆ ਹੀ ਕੋਈ ਨਹੀਂ, ਮਨ ਬੋਲੀ ਜਾ ਰਿਹਾ ਹੈ। ਬਾਹਰੋਂ ਲੋਕਾਂ ਮੌਨ ਰੱਖਿਆ, ਕਾਗਜ਼ਾਂ ਤੇ ਲਿਖ ਲਿਖ ਦੱਸਦਾ, ਉੱਥੇ ਮਨ ਬੋਲ ਰਿਹਾ। ਮਨ ਸਵਾਲ ਜਵਾਬ ਕਰਦਾ, ਮਨ ਭਟਕਦਾ ਹੈ। ਕਹਿੰਦੇ ਜੇ ਬੋਲਾਂ ਲੋਕ ਕਹਿੰਦੇ ਬੜਬੜ ਕਰਦਾ ਫਿਰਦਾ, ਜੇ ਮੈਂ ਚੁੱਪ ਹੋ ਕੇ ਵੇਖਿਆ ਲੋਕੀ ਕਹਿੰਦੇ ਕੁਛ ਹੋਵੇ ਅਕਲ ਮਤ ਤੇ ਬੋਲੇ। ਇਹਨੂੰ ਆਉਂਦਾ ਹੀ ਕੁਛ ਨਹੀਂ, ਇਹਨੂੰ ਪਤਾ ਕੱਖ ਦਾ ਨਹੀਂ। ਦੁਨੀਆ ਚੁੱਪ ਨੂੰ ਚੁੱਪ ਰਹਿਣ ਨਹੀਂ ਦਿੰਦੀ। ਜੇ ਬਹਿ ਰਹਾ ਤਾਂ ਆਖੀਐ, ਬੈਠਾ ਸੱਥਰ ਘੱਤ। ਗੁਰਦੇਵ ਕਹਿੰਦੇ ਜੇ ਮੈਂ ਬੈਠਾ ਚੌਂਕੜਾ ਮਾਰ ਕੇ, ਲੋਕੀ ਕਹਿੰਦੇ ਜੇ ਬਾਹਾਂ ਤਾਂ ਆਖੀਐ, ਬੈਠਾ ਸੱਥਰ ਘੱਤ। ਸੱਥਰ ਵਿਛਣਾ ਕਿਹਨੂੰ ਕਹਿੰਦੇ ਆ ਵੀ ਮਰ ਮੁੱਕ ਗਿਆ। ਕਹਿੰਦੇ ਜੇ ਮੈਂ ਚੁੱਪ ਕਰਕੇ ਬਹਿ ਗਿਆ, ਲੋਕ ਕਹਿੰਦੇ ਵਿਹਲੜ ਹੈ, ਪਿਓ ਦੀ ਕਮਾਈ ਖਾਂਦਾ, ਡੱਕਾ ਨਹੀਂ ਤੋੜਦਾ। ਪਤਾ ਨਹੀਂ ਕਿਹੜੀ ਕਮਾਈ ਹੋਣੀ ਜਿਹਨੂੰ ਕੰਮ ਦੀ ਲੋੜ ਨਹੀਂ ਪੈਂਦੀ, ਇਹ ਕੰਮ ਕਰਕੇ ਰਾਜੀ ਕੋਈ ਨਹੀਂ। ਸੱਥਰ ਘੱਤ ਕੇ ਬੈਠਾ, ਮਤਲਬ ਜਿਵੇਂ ਮਰਿਆ ਹੋਵੇ, ਕੰਮ ਨਹੀਂ ਕਰਦਾ ਕੋਈ, ਡੱਕਾ ਨਹੀਂ ਤੋੜਦਾ ਕੋਈ। ਇਹ ਦੁਨੀਆ ਹੈ। ਤੁਸੀਂ ਕੰਮ ਨਹੀਂ ਕਰੋਗੇ, ਲੋਕ ਤੁਹਾਨੂੰ ਫਿਰ ਵੀ ਬੋਲਣਗੇ, ਕਹਿੰਦੇ ਉਹ ਮਾੜਾ ਮੋਟਾ ਕੰਮ ਕਰ ਲਿਆ ਕਰ, ਕਿਉਂ ਮਾਪਿਆਂ ਦੀ ਕਮਾਈ ਤੇ ਪਲਦਾ। ਜੇ ਦਿਨ ਰਾਤ ਕਮਾਉਣ ਲੱਗ ਗਏ, ਉਹ ਕਹਿੰਦੇ ਬਾਬਾ ਜੀ ਵੀ ਲਿਆ ਕਰ ਮਾੜਾ ਮੋਟਾ, ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ, ਐਵੇਂ ਕਿਉਂ ਲਾਲਚ ਫੜਿਆ। ਤੇ ਜੇ ਉਹਨੇ ਕੰਮ ਵੀ ਛੱਡਤਾ, ਘਰੇ ਰਹਿਣਾ ਵੀ ਛੱਡਤਾ, ਕਹਿੰਦੇ ਕਦੇ ਟਿੱਕੇ ਘਰ ਬਹਿ ਜਾ ਕਰ, ਕਿਉਂ ਸਾਰਾ ਦਿਨ ਫਿਰਦਾ ਰਹਿਣਾ। ਸਤਿਗੁਰ ਕਹਿੰਦੇ ਜੇ ਅਸੀਂ ਚੁੱਪ ਚਪੀਤੇ ਚੌਂਕੜਾ ਲਾ ਕੇ ਬੈਠੇ ਆ, ਸਤਿਗੁਰ ਆਪਣੇ ਪਰਥਾਏ ਦੁਨੀਆ ਦੀ ਹਾਲਤ ਦੱਸ ਰਹੇ ਆ। ਕਹਿੰਦੇ ਸਮਾਜ ਨੇ ਤੁਹਾਨੂੰ ਫੇਰ ਵੀ ਟਿਕਣ ਨਹੀਂ ਦੇਣਾ। ਇਹਨੂੰ ਆਪਾਂ ਕਹਿੰਦੇ ਨਾ ਦੁਨੀਆ। ਦੁਨੀਆ ਦਾ ਭਾਵ ਕੀ ਹੈ? ਸੰਸਾਰ ਦੀਆਂ ਸਿਰਫ ਦੋ ਨੀਹਾਂ ਨੇ, ਇੱਕ ਜੰਮਣਾ ਤੇ ਦੂਜਾ ਮਰਨਾ। ਦੁਨੀਆ ਹਰ ਵੇਲੇ ਜੰਮਦੀ ਮਰਦੀ ਰਹਿੰਦੀ ਹੈ। ਕਿਸੇ ਨੇ ਕਿਸੇ ਨੂੰ ਕੁਛ ਕਹਿਤਾ, ਕਿਸੇ ਨੇ ਕਿਸੇ ਤੋਂ ਕੁਛ ਸੁਣ ਲਿਆ, ਹਾਏ ਮੈਨੂੰ ਇੱਦਾਂ ਕਿਉਂ ਕਹਿਤਾ, ਉਹ ਐਵੇਂ ਕਿਉਂ ਬੋਲਦਾ ਮੇਰੇ ਨਾਲ। ਇਸੇ ਚੀਜ਼ 'ਚ ਮਰੀ ਜਾਂਦਾ ਜ਼ਮਾਨਾ। ਇਹਨੂੰ ਦੁਨੀਆ ਕਹਿੰਦੇ ਆ। ਮਰਦ ਕਹਿੰਦੇ ਜੇ ਮੈਂ ਚੁੱਪ ਹੋ ਗਿਆ, ਲੋਕੀ ਕਹਿੰਦੇ ਸੱਥਰ ਵਿਛਿਆ ਪਿਆ, ਕੰਮ ਕਰਕੇ ਰਾਜੀ ਨਹੀਂ, ਡੱਕਾ ਨਹੀਂ ਤੋੜਦਾ, ਸਾਧ ਬਣਿਆ ਫਿਰਦਾ, ਵਿਹਲਾ ਬੈਠ ਕੇ ਖਾਂਦਾ ਏ। ਉੱਠ ਜਾਈ ਤਾਂ ਆਖੀਐ, ਛਾਰ ਗਿਆ ਸਿਰ ਘੱਤ। ਕਹਿੰਦੇ ਜੇ ਮੈਂ ਤੁਰਾ ਫਿਰਾਂ ਤੇ ਉੱਠਾਂ ਬੈਠਾਂ, ਫਿਰ ਲੋਕੀ ਕਹਿੰਦੇ ਉਹ ਟੇਕੇ ਬਹਿ ਜਾ ਕਰ, ਕਿਉਂ ਤੂੰ ਪਿੰਡ ਸਿਰ ਚੁੱਕਿਆ ਹੋਇਆ ਹੈ, ਛਾਰ ਪਾਈ ਹੈ ਸਿਰ 'ਚ, ਟਿਕਦਾ ਨਹੀਂ ਕਿਤੇ, ਕਿਉਂ ਧੂੜ ਛਾਣੀ ਪਈ ਹੈ। ਸੁਭਾਵਿਕ ਗੱਲ ਹੈ, ਘਰਾਂ 'ਚ ਵੀ ਹੁੰਦਾ, ਪਿੰਡਾਂ 'ਚ ਮੁੰਡਾ ਘਰੇ ਬੈਠਾ ਚੰਗਾ ਹੀ ਨਹੀਂ ਲੱਗਦਾ ਮਾਂ ਨੂੰ। ਜੇ ਬੈਠਾ ਉਹ ਡੱਕਾ ਤੋੜ ਲਿਆ ਕਰ, ਕੰਮ ਕਰ ਲਿਆ ਕਰ। ਜੇ ਮੋਟਰਸਾਈਕਲ ਚੱਕਿਆ ਕੰਮ ਤੇ ਗਿਆ, ਉਹ ਕਹਿੰਦੇ ਕਦੇ ਘਰ ਵੀ ਵੜ ਜਿਆ ਕਰ। ਜੇ ਵਿਹਲਾ ਬੈਠਾ ਪੁੱਤ ਪੜ੍ਹ ਲਿਆ ਕਰ ਮਾੜਾ ਜਿਹਾ, ਜੇ ਪੜ੍ਹ ਲੇ ਪੁੱਤ ਕਦੇ ਸੌਂ ਵੀ ਲਈਦਾ ਹੁੰਦਾ, ਅੱਖਾਂ ਦੀ ਨਿਗਾਹ ਖਰਾਬ ਹੋ ਜੂ, ਇੰਨਾ ਵੀ ਨਹੀਂ ਕਰੀਦਾ। ਜੇ ਸੁੱਤਾ ਪਿਆ ਕਹਿੰਦੇ ਉੱਠਦਾ ਹੀ ਨਹੀਂ ਸਵੇਰ ਤੱਕ, ਜੇ ਸਵੇਰੇ ਉੱਠ ਗਿਆ ਕਹਿੰਦੇ ਤੂੰ ਦੱਸ ਕਿਹੜਾ ਗੋਡੀ ਕਰਨੀ, ਪਾਣੀ ਲਾਉਣ ਜਾਣਾ, ਸੌਂ ਨਹੀਂ ਸਕਦਾ, ਕੀ ਕਰਦਾ ਫਿਰਦਾ। ਦੁਨੀਆ ਕਿਸੇ ਪਾਸੇ ਨਹੀਂ ਟਿਕਦੀ। ਮਰਦ ਕਹਿੰਦੇ ਜੇ ਮੈਂ ਤੁਰਾ ਫਿਰਾਂ, ਲੋਕ ਕਹਿੰਦੇ ਛਾਰ ਉਡਾਉਂਦਾ ਫਿਰਦਾ, ਮਤਲਬ ਵਿਹਲਾ ਤੁਰਦਾ ਫਿਰਦਾ, ਕੱਛੇ ਮਾਰਦਾ ਫਿਰਦਾ, ਪਰਵਾਹੀ ਨਹੀਂ ਕਿਸੇ ਦੀ, ਗਲੀ ਗਲੀ ਤੁਰਿਆ ਫਿਰਦਾ, ਕੌਲੇ ਕੱਛਦਾ ਫਿਰਦਾ। ਇਹ ਬੋਲੀਆਂ ਨੇ, ਸਤਿਗੁਰ ਸਮਝਾ ਰਹੇ ਨੇ ਬਾਣੀ ਦੇ ਵਿੱਚ। ਕਹਿੰਦੇ ਫੇਰ ਇਹ ਜ਼ਮਾਨਾ ਇੱਦਾਂ ਆਖਦਾ ਹੈ। ਭਾਈ ਲਾਲੋ ਪਰਵਾਹ ਕਾਹਦੀ ਹੈ? ਮਰਦਾਨਾ ਜੀ ਕਿਸ ਦੁਨੀਆ ਦੀ ਪਰਵਾਹ ਕਰਦੇ ਹੋ? ਆਏ ਰੱਬ ਦੀ ਮਰਜ਼ੀ ਨਾਲ ਹੋ ਤੇ ਜਾਣਾ ਰੱਬ ਦੀ ਮਰਜ਼ੀ ਨਾਲ ਹੈ। ਫਿਰ ਦੁਨੀਆ ਤੁਹਾਡੀ ਕੀ ਲੱਗਦੀ ਸਮਝਾਵੇ। ਆਖੋ ਸਤਨਾਮ। ਕੀ ਦੇਣਾ ਕਿਸੇ ਦਾ ਕੁਛ ਵੀ ਕਿਸੇ ਦੇ ਮੁਤਾਬਕ ਚੱਲੀਏ, ਕਿਸੇ ਨੂੰ ਵੇਖ ਵੇਖ ਝੁਰੀ ਜਾਈਏ, ਕਿਸੇ ਨੂੰ ਸਫਾਈ ਦਈਏ, ਲੋਕਾਂ ਲਈ ਜੰਮੇ ਆ? ਨਹੀਂ। ਜਦੋਂ ਹਿਸਾਬ ਕੱਲਿਆਂ ਨੇ ਦੇਣਾ ਤੇ ਜ਼ਿੰਦਗੀ ਕੱਲੇ ਜੀ ਕੇ ਵੇਖੀਏ, ਬੇਪਰਵਾਹ ਹੋ ਕੇ ਵੇਖੀਏ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਕਹਿੰਦੇ ਭਾਈ ਮੈਂ ਕੀ ਕਰਾਂ, ਜੇ ਮੈਂ ਜ਼ਮਾਨੇ ਨੂੰ ਜਾਣਾ ਨਾ, ਇਹ ਜ਼ਮਾਨਾ ਕਦੇ ਤ੍ਰਿਪਤ ਨਹੀਂ ਹੋ ਸਕਦਾ। ਤ੍ਰਿਪਤ ਤੋਂ ਭਾਵ ਤੁਸੀਂ ਲੱਖ ਯਤਨ ਕਰ ਲਓ, ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ। ਆਖੋ ਸਤਨਾਮ। ਹੋਇਆ ਹੀ ਨਹੀਂ। ਮਰਦ ਕਹਿੰਦੇ ਸਾਲਕ ਮਿੱਤ ਨਾ ਰਹਿਓ ਕੋਈ, ਦੁਨੀਆ ਕਾਰਨ ਦੀਨ ਗਵਾਇਆ। ਬੰਦਿਆ ਦੁਨੀਆ ਕਰਕੇ ਦੀਨ ਧਰਮ ਗਵਾਈ ਫਿਰਦਾ, ਦੁਨੀਆ ਤੇ ਤੇਰੀ ਫੇਰ ਨਾ ਬਣੀ।
ਕੋਈ ਬਣਿਆ ਕਿਸੇ ਦਾ ਅੱਜ ਤੱਕ? ਕਿੰਨੇ ਆਏ ਕਿੰਨੇ ਗਏ, ਦੱਸੋ ਕਿਹਦੇ ਨਾਲ ਕੌਣ ਗਿਆ? ਕੋਈ ਨਹੀਂ। ਕੱਲਿਆਂ ਨੂੰ ਆਉਣਾ ਪੈਣਾ, ਕੱਲਿਆਂ ਨੂੰ ਜਾਣਾ ਪੈਣਾ। ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ, ਲਾਲੋ ਜੀ ਜਿਨ੍ਹਾਂ ਨੂੰ ਆਪ ਮਤ ਨਹੀਂ, ਦੂਜੇ ਨੂੰ ਮਤ ਹੀਣਾ ਕਹਿੰਦੇ ਨੇ। ਜੇਕਰ ਨਿਮਾਤਾ ਆਖੀਐ ਡਰਦਾ ਕਰੇ ਭਗਤ। ਕਹਿੰਦੇ ਜੇ ਮੈਂ ਨਿਵ ਜਾਵਾਂ, ਚੁੱਪ ਚੁੱਪ ਰਵਾਂ, ਨਿਮਰਤਾ ਰੱਖਾਂ, ਲੋਕੀ ਕਹਿੰਦੇ ਡਰਦਾ ਏ, ਡਰਿਆ ਹੋਇਆ, ਪਾਣੀ ਭਰਦਾ, ਚਮਚਾ ਗਿਰੀਆਂ ਕਰਦਾ। ਕਹਿੰਦੇ ਫਿਰ ਲੋਕ ਮੈਨੂੰ ਤਾਂ ਆਖਦੇ ਆ, ਕਹਿੰਦੇ ਤੂੰ ਡਰ ਗਿਆ। ਜੇ ਮੈਂ ਲੜਾਂ, ਕਹਿੰਦੇ ਤੂੰ ਲੜਾਕਾ ਬੜਾ, ਤੂੰ ਟਿਕਦਾ ਨਹੀਂ ਘਰੇ, ਤੂੰ ਹਰ ਇੱਕ ਦੇ ਅੱਗੇ ਬੋਲਦਾ। ਗੁਰੂ ਸਾਹਿਬ ਕਹਿੰਦੇ ਲਾਲੋ ਦੱਸ ਫਿਰ ਕਰੀਏ ਕੀ? ਜੇ ਮੈਂ ਚੁੱਪ ਹੋਵਾਂ, ਨਿਮਰਤਾ ਰੱਖਾਂ, ਲੋਕ ਮੇਰੀ ਨਿਮਰਤਾ ਨੂੰ ਮੇਰੀ ਕਮਜ਼ੋਰੀ ਦੱਸਦੇ ਆ ਵੀ ਇਹ ਡਰਿਆ ਹੋਇਆ ਸਾਰੀਆਂ ਗੱਲਾਂ ਮੰਨਦਾ। ਕਹਿੰਦੇ ਫਿਰ ਭਗਤੀ ਵਾਲਿਆਂ ਨੂੰ ਵੀ ਲੋਕ ਤਾਨੇ ਮਾਰਦੇ ਆ, ਕੀ ਫਾਇਦਾ ਚੌਂਕੜੇ ਲਾ ਕੇ ਬਹਿਣਾ ਏ, ਤੈਨੂੰ ਤੇਰੇ ਰੱਬ ਨੇ ਕੀ ਸਵਾਰਿਆ? ਇੰਨੇ ਸਾਲ ਹੋ ਗਏ ਤੂੰ ਪਾਠ ਕਰਦਾ, ਤੂੰ ਫੇਰ ਦੁਖੀ ਹੈ, ਤੇਰਾ ਪਰਿਵਾਰ ਤੇਰਾ ਕਹਿਣਾ ਨਹੀਂ ਮੰਨਦਾ, ਤੂੰ ਨਾਮ ਵੀ ਜਪਦਾ, ਛੱਡ ਪਰਾਂ। ਕਹਿੰਦੇ ਬੰਦਾ ਸੋਚਦਾ ਵੀ ਇੰਨਾ ਸਮਾਂ ਧਰਮ ਨਾਲ ਜੁੜੇ ਨੂੰ ਹੋ ਗਿਆ ਤੇ ਹੋਇਆ ਕੁਛ ਨਹੀਂ, ਛੱਡ ਫਿਰ ਲੈਣਾ ਕੀ ਹੈ ਧਰਮ ਤੋਂ? ਆ ਗਈ ਨਾ ਗੱਲ ਉੱਥੇ। ਦੁਨੀਆ ਨੇ ਤੋੜਿਆ ਤੇ ਅਸੀਂ ਦੁਨੀਆ ਦੇ ਸਿੱਖ ਹਾਂ, ਬਾਬੇ ਨਾਨਕ ਦੀ ਤੇ ਬਣੇ ਨਹੀਂ। ਲੋਕਾਂ ਨੇ ਕਿਹਾ ਗੁਰਦੁਆਰੇ ਚਲੋ, ਆ ਗਏ। ਲੋਕ ਕਹਿੰਦੇ ਉੱਥੇ ਨਾ ਜਾਇਆ ਕਰ, ਫਲਾਣੀ ਥਾਂ ਜਾਇਆ ਕਰ, ਉੱਥੇ ਜਾਣ ਲੱਗ। ਲੋਕਾਂ ਦੇ ਸਿੱਖ, ਧਰਮ ਦੇ ਸਿੱਖ ਨਹੀਂ ਆ, ਸਤਿਗੁਰ ਦੇ ਸਿੱਖ ਨਹੀਂ ਆ। ਲੋਕਾਂ ਨੂੰ ਖੁਸ਼ ਕਰਨ ਵਾਸਤੇ ਸਾਡੀ ਸੇਵਾ ਏ, ਲੋਕਾਂ ਨੂੰ ਵਿਖਾਉਣ ਵਾਸਤੇ ਸਾਡਾ ਪਾਠ ਹੈ, ਲੋਕਾਂ ਨੂੰ ਵਿਖਾਉਣ ਵਾਸਤੇ ਸਾਡਾ ਪਹਿਰਾਵਾ ਏ। ਵਿਰਲੇ ਨੇ ਜਿਹੜੇ ਗੁਰੂ ਦੀ ਖੁਸ਼ੀ ਲਈ ਸੇਵਾ ਕਰਦੇ ਨੇ, ਸਤਿਗੁਰ ਦੇ ਪਿਆਰ ਲਈ ਚੱਲ ਕੇ ਆਉਂਦੇ ਨੇ, ਸਤਿਗੁਰਾਂ ਦੇ ਪਿਆਰ ਲਈ ਬਸਤਰ ਪਹਿਨਦੇ ਨੇ, ਸੁੱਚਮ ਰੱਖਦੇ ਆ। ਜ਼ਿਆਦਾਤਰ ਦੁਨੀਆ ਦਿਖਾਵਾ ਕਰਦੀ ਹੈ। ਮਰਦ ਕਹਿੰਦੇ ਦੁਨੀਆ ਦਾ ਆਹ ਹਾਲ ਹੈ ਭਾਈ, ਇੱਥੇ ਧਰਮੀ ਵੀ ਬਣ ਜਾਏਗਾ, ਲੋਕ ਤੁਹਾਡੇ ਤੋਂ ਸੰਤੁਸ਼ਟ ਨਹੀਂ। ਧਰਮ ਛੱਡ ਦੇਂਗਾ, ਲੋਕ ਫੇਰ ਮਾੜਾ ਕਹਿਣਗੇ। ਭਗਤੀ ਕਰੇਗਾ, ਚੁੱਪ ਰਹੇਗਾ, ਲੋਕੀ ਕਹਿੰਦੇ ਡਰਦਾ ਭਗਤੀ ਕਰਦਾ, ਕਿਸੇ ਸਰਕਾਰ ਬਾਰੇ ਨਹੀਂ ਬੋਲਦਾ, ਮਾਲਾ ਚੱਕੀ ਫਿਰਦਾ ਹੈ, ਇਹ ਤੇ ਯੋਧਾ ਹੀ ਨਹੀਂ ਬਣਦਾ। ਗੁਰੂ ਸਾਹਿਬ ਕਹਿੰਦੇ ਲਾਲੋ ਦੱਸ ਕਰੀਏ ਕੀ ਕਰਨਾ? ਜਿਸ ਜ਼ਮਾਨੇ ਵੱਲ ਵੇਖਾਂਗੇ ਇਹੀ ਕੁਝ ਸੋਚੀ ਜਾਵਾਂਗੇ। ਕਾਈ ਗੱਲੀ ਨ ਮੇਵਨੀ ਜਿੱਥੇ ਕੱਢਾਂ ਤਤ। ਮਰਦ ਕਹਿੰਦੇ ਕਾਈ ਗੱਲੀ ਨਾ ਮੇਵਨੀ ਜਿੱਥੇ ਕੱਢਾਂ ਤਤ। ਕਹਿੰਦੇ ਤਤ ਕੱਢ ਕੇ ਵੇਖਿਆ, ਦੁਨੀਆ ਕਿਸੇ ਗੱਲ 'ਚ ਬਾਜ਼ ਨਹੀਂ ਆਉਂਦੀ। ਦੁਨੀਆ ਦੇ ਮੁਤਾਬਕ ਚੱਲ ਕੇ ਵੇਖੋ ਤੇ ਸਹੀ, ਸਾਦਗੀ 'ਚ ਰਹਿਣ ਲੱਗ ਜਾਓ। ਪੁਰਾਣੇ ਜੇ ਕੱਪੜੇ ਪਾ ਕੇ ਲੋਕੀ ਕਹਿੰਦੇ ਦੇ ਕੰਗਾਲੀ ਸ਼ਾਹੀ ਹੈ, ਪੈਸਾ ਕਾਹਦੇ ਲਈ ਰੱਖਿਆ ਹੋਏ ਬੈਂਕਾਂ 'ਚ, ਕਿੱਥੇ ਲੈ ਜਾਣਾ? ਬਹੁਤਾ ਖਰਚਣ ਲੱਗ ਜਾਓ, ਕਹਿੰਦੇ ਫਜ਼ੂਲ ਖਰਚੀ, ਹਵਾ ਖਰਾਬ ਹੋਈ ਆ, ਹੰਕਾਰਿਆ ਫਿਰਦਾ ਹੈ। ਫਰੀ ਪਾਸੇ ਦਾਨ ਕਰੋ, ਕਹਿੰਦੇ ਦਿਖਾਵੇ ਕਰਦਾ ਹੈ। ਨਾ ਕਰੋ, ਕਹਿੰਦੇ ਕੰਜੂਸ ਹੈ, ਚਿੱਪੜ ਹੈ, ਕਦੇ ਹਵਾ ਨਹੀਂ ਪੈਸੇ ਨਹੀਂ ਲਾਉਂਦਾ। ਬਹੁਤਾ ਬੋਲੋ, ਕਹਿੰਦੇ ਸਲਾਹਕਾਰ ਬਣਿਆ ਰਹਿੰਦਾ। ਚੁੱਪ ਰਹੋ, ਕਹਿੰਦੇ ਬਹੁਤ ਆਪਣੇ ਆਪ ਨੂੰ ਓਵਰ ਸਮਾਰਟ ਸਮਝਦਾ ਹੈ। ਮਰਦ ਕਹਿੰਦੇ ਕਾਈ ਗੱਲੇ ਨਾ ਮਾਂ ਬਾਈ। ਲਾਲੋ ਦੁਨੀਆ ਕਿਸੇ ਪਾਸੇ ਸੂਤ ਨਹੀਂ ਆਉਂਦੀ। ਕੀ ਕਰੋਗੇ ਦੁਨੀਆ? ਇਹ ਤੇ ਉਹ ਕਹਾਵਤਾਂ ਨੇ ਨਾ, ਪਿਤਾ ਪੁੱਤਰ ਤੁਰੇ ਜਾਂਦੇ ਆ, ਖੋਤਾ ਗਧਾ ਨਾਲ ਹੈ। ਇੱਕ ਮਿਲ ਗਿਆ ਮੇਰੇ ਵਰਗਾ, ਕਹਿੰਦਾ ਵਾਹ ਬਈ ਵਾਹ, ਕਹਿੰਦਾ ਕਿੰਨੇ ਸਿਆਣੇ ਨੇ, ਪੈਦਲ ਤੁਰੇ ਜਾਂਦੇ ਆ, ਖੋਤਾ ਵਿਹਲਾ ਏ, ਬਹਿ ਜਾਓ। ਪੁੱਤ ਕਹਿੰਦਾ ਬਾਪੂ ਤੂੰ ਬਹਿ ਜਾ, ਬਾਪੂ ਬਿਠਾਤਾ। ਤੁਰੇ ਜਾਂਦੇ ਆ, ਇੱਕ ਕਹਿੰਦਾ ਦੇਖ ਓਏ ਬੁੱਢੇ ਨੂੰ ਆਫਰ ਆਈ ਹੈ। ਨੌਜਵਾਨ ਬੱਚਾ ਥੱਕਿਆ ਟੁੱਟਿਆ ਤੁਰਿਆ ਜਾਂਦਾ, ਬੁੱਢਾ ਵੇਖ ਕਿਦਾਂ ਖੋਤੀ ਤੇ ਬੈਠਾ। ਉਤਰ ਗਿਆ, ਕਹਿੰਦਾ ਪੁੱਤ ਤੂੰ ਬਹਿ ਜਾ। ਅੱਗੇ ਇੱਕ ਹੋਰ ਟੱਕਰ ਗਿਆ ਦੁਨੀਆਦਾਰ, ਕਹਿੰਦਾ ਦੇਖ ਬਾਪੂ ਬਜ਼ੁਰਗ ਵਿਚਾਰਾ ਪੈਦਲ ਤੁਰਿਆ ਫਿਰਦਾ, ਮੁੰਡੇ ਨੂੰ ਭੋਰਾ ਹੀ ਸ਼ਰਮ ਨਹੀਂ। ਉਹ ਵੀ ਉਤਰ ਗਿਆ। ਫਿਰ ਦੋਨੇ ਬਹਿ ਗਏ, ਕਹਿੰਦੇ ਦੇਖ ਵਿਚਾਰੇ ਦਾ ਕਝੂਮਰ ਕੱਢਿਆ ਪਿਆ, ਆਖੋ ਸਤਨਾਮ, ਮਾਸਾ ਸ਼ਰਮ ਨਹੀਂ। ਛੋਟਾ ਜਿਹਾ ਖੋਤਾ ਪਿਓ ਪੁੱਤ ਬੈਠੇ ਆ, ਉਹ ਵਾਰੀ ਵਾਰੀ ਬਹਿ ਜਾਓ। ਆਖਰਕਾਰ ਕਹਿੰਦੇ ਫਿਰ ਦੋਨਾਂ ਨੇ ਕੁੱਛੜ ਚੁੱਕ ਲਿਆ ਵੀ ਲੋਕ ਕੀ ਕਹਿੰਦੇ ਆ। ਮਤਲਬ ਭਾਵ ਕੀ ਦੱਸ ਰਹੇ ਨੇ ਸਤਿਗੁਰ? ਕਹਿੰਦੇ ਸਮਾਜ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰ। ਜੇ ਤੂੰ ਪਾਠ ਕਰਦਾ, ਬਾਣੀ ਪੜ੍ਹਦਾ, ਨਾਮ ਜਪਦਾ, ਭਗਤੀ ਕਰਦਾ, ਇਹ ਨਾ ਸੋਚ ਵੀ ਮੇਰਾ ਪਰਿਵਾਰ ਤੇ ਮੇਰਾ ਆਲਾ ਦੁਆਲਾ ਮੈਨੂੰ ਗੁਰਮੁਖ ਪਿਆਰਾ ਕਹੂਗਾ, ਤੇ ਆਸਾਂ ਹੀ ਨਾ ਰੱਖ। ਨਾਮ ਜਪਦੇ ਨੂੰ ਤੈਨੂੰ ਲੋਕ ਚੋਰ ਕਹਿਣ, ਸਾਧ ਕਹਿਣ, ਤੂੰ ਆਖ ਮੈਨੂੰ ਫਰਕ ਹੀ ਕੋਈ ਨਹੀਂ, ਤਾਂ ਗੱਲ ਬਣਨੀ ਹੈ। ਜੇ ਦੁਨੀਆ ਦੀ ਸੁਣੇਗਾ ਨਾ, ਦੁਨੀਆ ਨੇ ਰਾਜਿਆਂ ਨੂੰ ਰਾਜਾ ਨਹੀਂ ਰਹਿਣ ਦਿੱਤਾ, ਮੰਗਤਿਆਂ ਨੂੰ ਮੰਗਤਾ ਨਹੀਂ ਰਹਿਣ ਦਿੱਤਾ, ਹੁਸਨ ਵਾਲਿਆਂ ਨੂੰ ਹੁਸਨ ਵਾਲਾ ਨਹੀਂ ਰਹਿਣ ਦਿੱਤਾ। ਦੁਨੀਆ ਦਾ ਸੁਭਾਅ ਏ ਨਾ ਹੋਇਆ ਵੀ ਕੁਛ ਕਹਿਣਾ।
ਨਵੇਂ ਕੱਪੜੇ ਖਰੀਦ ਲਿਆਓ ਬਾਜ਼ਾਰ 'ਚੋਂ। ਐਵੇਂ ਮੇਰੇ ਵਰਗੇ ਟੁੱਟੇ ਜੇ ਬੰਦੇ ਨੂੰ ਪੁੱਛ ਪਾ ਕੇ ਆਪਣੀ ਪਸੰਦ ਦੇ ਲਿਆਂਦੇ ਪੈਸੇ ਲਾ ਕੇ, ਬਾਈ ਕਿੱਦਾਂ ਲੱਗਦੇ ਆ? ਕਹਿੰਦਾ ਯਾਰ ਟੀ-ਸ਼ਰਟ ਨਹੀਂ ਵਧੀਆ ਤੇਰੀ, ਪੈਂਟ ਸੋਹਣੀ ਹੈ। ਪੈਸੇ ਲਾਏ ਪਛਤਾਵਾ ਹੋ ਗਿਆ ਨਾ। ਅੱਗੇ ਕਿਸੇ ਨੂੰ ਪੁੱਛਿਆ, ਉਹ ਕਹਿੰਦਾ ਦੋਨੋਂ ਹੀ ਮੈਚ ਨਹੀਂ ਕਰਦੇ ਯਾਰ, ਤੇਰਾ ਰੰਗ ਕੀ ਹੈ, ਇਹ ਸੂਟ ਨਹੀਂ ਕਰਦੇ ਤੇਰੇ ਤੇ। ਔਖਾ ਹੈ। ਆ ਭੈਣਾਂ ਕਿੰਨੇ ਮਹਿੰਗੇ ਮਹਿੰਗੇ ਸੂਟ ਲੈ ਕੇ ਆਉਂਦੀਆਂ ਨੇ। ਜਦ ਕਿਸੇ ਨੂੰ ਪੁੱਛ ਲਿਆ ਨਾ, 2-2 ਘੰਟੇ ਸ਼ੀਸ਼ੇ ਅੱਗੇ ਖੜੀਆਂ, ਬੜਾ ਸੋਹਣਾ, ਸਟਿਚਿੰਗ ਬੜੀ ਸੋਹਣੀ ਹੈ। ਐਵੇਂ ਕਿਸੇ ਭੇਡ ਮੂਹੀ ਜੀ ਨੇ ਕਹਿਤਾ ਨਾ ਵੀ ਨਾ ਨਾ ਬਣੀ ਨਹੀਂ ਗੱਲ, ਬਸ ਫਿਰ ਕੀ ਆ, ਕਲੇਸ਼ ਪਾਲਣਾ ਕਰਿਆ। ਹਾਂ ਹਾਂ ਫਲਾਣੀ ਕਹਿੰਦੀ ਸੂਟ ਨਹੀਂ ਸੋਹਣਾ। ਇਹ ਕੀ ਹੈ? ਸਮਾਜ ਦੀਆਂ ਗੱਲਾਂ ਨੇ। ਮਨ ਭਾਇਆ ਖਾਈਏ ਤੇ ਮਨ ਭਾਵਾ ਪਹਿਨੀਏ, ਤੇ ਮਨ ਭਾਉਂਦੀ ਭਗਤੀ ਕਰੀਏ, ਲੋਕਾਂ ਦਾ ਕੀ ਦੇਣਾ। ਆਖੋ ਸਤਨਾਮ। ਕੀ ਪਰਵਾਹ ਲੋਕਾਂ ਦੀ? ਕੌਣ ਹੈ ਦੁਨੀਆ? ਕਿਹੜੀ ਦੁਨੀਆ? ਦੁਨੀਆ ਅਸੀਂ ਆਪ ਸੰਜੋਈ ਹੋਈ ਹੈ। ਸਾਡੇ ਵਿਚਾਰਾਂ ਨੇ ਦੁਨੀਆ ਬਣਾਈ ਹੈ। ਜੇ ਮੈਂ ਆਹ ਕਰੂੰਗਾ ਲੋਕ ਕੀ ਕਹਿਣਗੇ? ਦਿਵਾਲਾ ਕੱਢੀ ਫਿਰਦੇ ਲੋਕੀ, ਵੱਡੇ ਵੱਡੇ ਵਿਆਹ ਕਰਕੇ ਵੀ ਲੋਕ ਕਹਿਣਗੇ ਵੇਖ ਫਲਾਣੇ ਨੇ ਵਿਆਹ ਕੀਤਾ ਸੀ, ਪੈਲਸ ਛੋਟਾ ਕੀਤਾ, ਖਰਚਾ ਛੋਟਾ। ਅਗਲੇ ਦਾ ਕੀ ਗਿਆ? ਉਹ ਤੇ ਉੱਥੇ ਬੈਠੇ ਵੀ ਕਹਿੰਦੇ ਆ ਵੀ ਨੱਚਣ ਵਾਲੇ ਸੋਹਣਾ ਨਹੀਂ ਨੱਚੇ, ਆ ਗਰੁੱਪ ਵਧੀਆ ਨਹੀਂ ਲਿਆਂਦਾ ਇਹਨਾਂ ਨੇ। ਦਿਵਾਲਾ ਕਿਹਦਾ ਨਿਕਲਿਆ? ਆਪਣਾ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਕਲਯੁਗ ਦੀਆਂ ਗੱਲਾਂ ਦੱਸਦੇ ਆ, ਕਹਿੰਦੇ ਹਰ ਸ਼ਖਸ ਦੀ ਬਿਰਤੀ ਐਸੀ ਹੋਈ ਹੈ, ਇੱਥੇ ਕਿਸੇ ਕੋਲ ਅਕਲ ਨਹੀਂ, ਸਭ ਬੇਅਕਲੇ ਤੁਰੇ ਫਿਰਦੇ ਨੇ। ਇੱਥੇ ਉਥੇ ਨਾਨਕਾ ਕਰਤਾ ਰੱਖੈ ਪਤ। ਆਖਰੀ ਸ਼ਬਦ ਦੀ ਸਮਾਪਤੀ ਤੇ ਸਤਿਗੁਰ ਲਿਖਦੇ ਨੇ, ਇੱਥੇ ਉਥੇ ਨਾਨਕਾ ਕਰਤਾ ਰੱਖੈ ਪਤ। ਕਹਿੰਦੇ ਇਸ ਦੁਨੀਆ ਤੋਂ ਰੱਬਾ ਤੂੰ ਇੱਜ਼ਤ ਬਚਾ ਲਾ। ਆਖੋ ਸਤਨਾਮ। ਇੱਥੇ ਵੀ ਰੱਖ ਲੈ ਤੇ ਉੱਥੇ ਤੇ ਰੱਖ ਹੀ ਲੈਣਾ। ਇੱਥੇ ਬਚਾ, ਇੱਥੇ ਬਚਾ ਲੈ। ਅੱਜ ਧਰਮ ਦੀ ਦੁਨੀਆ 'ਚ ਵੀ ਇਹ ਹਾਲ ਹੈ। ਇੱਕ ਰਹਿਰਾਸ ਦਾ ਪਾਠ ਕਰਦਾ ਹੈ, ਦੂਜਾ ਕਹਿੰਦਾ ਲੈ ਹਰਿਮੰਦਰ ਸਾਹਿਬ ਛੋਟੀ ਪੜ੍ਹੀ ਜਾਂਦੀ, ਤੂੰ ਵੱਡੀ ਪੜ੍ਹੀ ਜਾਂਦਾ। ਅੱਛਾ। ਇੱਕ 5 ਬਾਣੀਆਂ ਪੜ੍ਹਦਾ ਸੀ, ਕਹਿੰਦਾ ਲੈ ਜਾਪ ਸਾਹਿਬ ਤੇ ਬਾਣੀ ਨਹੀਂ ਤੂੰ ਐਵੇਂ ਜ਼ੋਰ ਲਾਇਆ। ਅੱਛਾ ਜੀ, ਇਹ ਦੁਨੀਆ ਹੈ। ਇੱਥੇ ਜੋ ਮਰਜ਼ੀ ਕਹਿ ਲੋ ਉਹ ਸੱਚ ਹੈ। ਜੋ ਮਰਜ਼ੀ ਬੋਲਦੇ ਹੋ, ਜੋ ਮਰਜ਼ੀ ਸੁਣ ਲਓ, ਜੋ ਮਰਜ਼ੀ ਵੇਖ ਲਓ, ਸਭ ਕੁਝ ਹੋ ਰਿਹਾ, ਸਭ ਕੁਝ ਵਰਤ ਰਿਹਾ, ਕਿਉਂਕਿ ਯੁੱਗ ਕੱਲ ਦਾ ਹੈ। ਕਲਯੁਗ ਵਰਤ ਰਿਹਾ ਹੈ, ਉਹਦਾ ਵਰਤਾਰਾ ਹੈ। ਮਰਦ ਕਹਿੰਦੇ ਤੂੰ ਦੁਨੀਆ ਨੂੰ ਵੇਖ ਕੇ ਭਰਮਣਾ ਨਹੀਂ, ਰੱਬ ਅੱਗੇ ਰੋਜ਼ ਅਰਦਾਸ ਕਰਿਆ ਕਰ, ਇੱਥੇ ਉੱਥੇ ਰੱਖ ਲੈਂਦਾ ਤਾ। ਪਰਲੋਕ ਵਿੱਚ ਜਾਣਾ ਸੌਖਾ ਤੇ ਦੁਨੀਆ ਵਿੱਚ ਵਸਣਾ ਬੜਾ ਔਖਾ। ਆਖੋ ਸਤਨਾਮ। ਜਿਉਣਾ ਬਹੁਤ ਔਖਾ ਹੈ, ਜਿਉਣ ਦੀ ਦੰਦਾ ਜ਼ਮਾਨਾ। ਤੇ ਜਿਨ੍ਹਾਂ ਨੂੰ ਮੱਤ ਆ ਗਈ ਨਾ, ਉਹ ਰੱਬ ਦੀ ਪਰਵਾਹ ਕਰਦੇ ਆ, ਦੁਨੀਆ ਦੀ ਪਰਵਾਹ ਛੱਡਦੀ। ਜਿੱਦਣ ਸਮਾਜ ਤੋਂ ਬੇਪਰਵਾਹ ਹੋ ਗਏ, ਲੋਕੀ ਕਹਿੰਦੇ ਇਹ ਭਗਵੇ ਕੱਪੜਿਆਂ ਵਾਲੇ, ਇਹ ਸਾਧ ਨੇ, ਫਕੀਰ ਨੇ, ਲੁਟੇਰੇ ਨੇ, ਚੋਰ ਨੇ। ਗੁਰੂ ਬਾਬਾ ਜੀ ਕਹਿੰਦੇ ਸਾਨੂੰ ਕੋਈ ਫਰਕ ਨਹੀਂ, ਅਸੀਂ ਰਾਜੀ ਹਾਂ, ਸਾਡਾ ਸੱਜਣ ਰਾਜੀ ਹੈ, ਦੁਨੀਆ ਤੋਂ ਕੀ ਲੈਣਾ ਏ। ਦੋਹਰਾ ਸੁਣ ਲਾਲੋ ਸੰਸਾਰ ਤੇ, ਜੀ ਰੱਖੈ ਕਰਤਾਰ। ਮਰਦ ਕਹਿੰਦੇ ਲਾਲੋ ਇਹ ਸੰਸਾਰ ਵਿੱਚ ਬੰਦੇ ਨੂੰ ਬੰਦਾ ਨਹੀਂ ਬਚਾ ਸਕਦਾ, ਇੱਥੇ ਤੇ ਕਰਤਾਰ ਕਰਤਾ ਪੁਰਖ ਰੱਖ ਸਕਦਾ ਹੈ। ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਤੈਨੂੰ ਭਾਉਂਦਾ ਨਾ ਉਹੀ ਚੰਗਾ ਮੰਨਣਾ ਪੈਣਾ। ਲੋਕਾਂ ਦੇ ਹਿਸਾਬ ਨਾਲ ਚੱਲ ਕੇ ਤੇ ਵੇਖੋ, ਦੁਨੀਆ ਕਦੇ ਖੁਸ਼ ਨਹੀਂ ਹੁੰਦੀ। 20 ਬੰਦੇ ਇਕੱਠੇ ਕਰ ਲਓ, 20 ਦੇ ਕੋਲੋਂ ਪੁਆਇੰਟ ਆਫ ਵਿਊ ਲੈ ਲਓ ਆਪਣੇ ਬਾਰੇ। ਕੋਈ ਕਹਿੰਦਾ ਯਾਰ ਤੂੰ ਜ਼ਿਆਦਾ ਬੋਲਦਾ ਹੈ, ਕੋਈ ਕਹਿੰਦਾ ਤੂੰ ਤੇਜ਼ ਤੇਜ਼ ਤੁਰਦਾ ਹੈ, ਕੋਈ ਕਹਿੰਦਾ ਤੈਨੂੰ ਨੌਲੇਜ ਘੱਟ ਹੈ, ਕੋਈ ਕਹਿੰਦਾ ਤੇਰੀ ਭਗਤੀ ਨਹੀਂ। ਕਾਕਾ ਤੂੰ ਸਮਝ ਕੇ ਚੱਲਿਆ ਕਰ, ਤੂੰ ਲੋਕਾਂ ਨਾਲ ਇੱਦਾਂ ਡੀਲ ਨਾ ਕਰਿਆ ਕਰ। 20 ਦੇ 20 ਬੰਦੇ ਤੁਹਾਨੂੰ 20 ਤਰ੍ਹਾਂ ਦਾ ਗਿਆਨ ਦੇ ਕੇ ਜਾਣਗੇ, ਤੇ ਫਿਰ 20 ਦੀ ਕਿਉਂ ਸੁਣਨੀ, ਆਪਣੇ ਸਤਿਗੁਰ ਦੀ ਸੁਣੀਏ। ਮਰਦ ਕਹਿੰਦੇ ਐ ਲਾਲੋ ਇਹ ਸੰਸਾਰ ਵਿੱਚ ਜਿਉਣਾ ਹੀ ਤੇ ਸਭ ਤੋਂ ਵੱਡਾ ਸੰਘਰਸ਼ ਹੈ। ਜੇ ਕਰਤਾ ਪੁਰਖ ਚਲਾਵੇ ਤਾਂ ਜ਼ਿੰਦਗੀ ਚੱਲਦੀ ਹੈ। ਹੋ ਰਹਿ ਬੋ ਈਤੀ ਬਨੈ ਹੈ ਏ ਗਰਤ ਅਪਾਰ। ਦੁਨੀਆ ਤੇ ਗਰਕਦੀ ਜਾ ਰਹੀ ਹੈ। ਕਹਿੰਦੇ ਜੇ ਦੁਨੀਆ ਦੀ ਚਾਲ ਤੂੰ ਚੱਲੇਗਾ ਸੱਜਣਾ, ਹਾਲਤ ਤੇਰੀ ਵੀ ਉਹੀ ਹੋਣੀ ਹੈ। ਬਾਣੀ ਨੇ ਸਪਸ਼ਟ ਲਿਖਿਆ, ਭਗਤਾ ਤੈਸੈ ਸਾਰੀਆ ਜੋੜ ਕਦੇ ਨਾ ਆਇਆ। ਨਾਮ ਜਪਣ ਵਾਲੇ ਤੇ ਸੰਸਾਰੀ ਲੋਕਾਂ ਦਾ ਕਦੇ ਜੋੜ ਕਹੀਏ ਮੇਲ ਨਹੀਂ ਹੁੰਦਾ। ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰ। ਮਨਮੁਖ ਬੰਦੇ ਨਾਲ ਯਾਰੀ ਲਾ ਕੇ ਗੁਰਮੁਖ ਵੇਖੇ ਤੇ ਰਹਿਣੀ ਹੋਣੀ ਗੁਰਮੁਖੀ। ਜਾਂ ਦੋਸਤੀ ਰਹੂਗੀ ਤੇ ਜਾਂ ਫਿਰ ਧਰਮ ਦੀ ਬਿਰਤੀ ਰਹੂਗੀ, ਇੱਕੋ ਚੀਜ਼ ਰਹਿਣੀ ਹੈ।
ਪਾਤਸ਼ਾਹ ਕਹਿੰਦੇ ਕਿਸੇ ਨੇ ਨਾਲ ਨਹੀਂ ਨਿਭਣਾ ਲਾਲੋ, ਨਿਭਣ ਤੇ ਨਿਭਾਉਣ ਵਾਲਾ ਇੱਕ ਨਿਰੰਕਾਰ ਹੈ, ਇੱਕ ਪਰਮਾਤਮਾ ਹੈ, ਉਹੀ ਸਾਥੀ ਹੈ। ਤੂੰ ਗੁਰੂ ਘਰ ਆ ਜਾਏਗਾ, ਤੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਦੇ ਨਹੀਂ ਕਹਿਣਾ ਅੱਜ ਤੂੰ ਮੈਲੇ ਕੱਪੜੇ ਪਾ ਕੇ ਆ ਗਏ ਸਿੱਖਾ, ਅੱਜ ਤੂੰ ਕਵਖਤੇ ਆ ਗਏ ਹੈ, ਸਮੇਂ ਨਾਲ ਨਹੀਂ ਆਇਆ। ਗੁਰੂ ਸਾਹਿਬ ਕਦੇ ਨਹੀਂ ਕਹਿੰਦੇ, ਉਹ ਲਾਂਭਾ ਨਹੀਂ ਦਿੰਦੇ ਅੱਜ ਤੂੰ ਦੁਖੀ ਹੈ, ਅੱਜ ਤੂੰ ਸੁਖੀ ਹੈ, ਅੱਜ ਤੂੰ ਹੱਸੇ ਹੈ, ਮਹਾਰਾਜ ਨਹੀਂ ਕਹਿੰਦੇ। ਉਹ ਕਹਿੰਦੇ ਤੂੰ ਜਦ ਵੀ ਆਇਆ ਮੇਰਾ ਹੈ, ਮੇਰੇ ਕੋਲ ਆਇਆ। ਤੇ ਦੁਨੀਆ ਦੇ ਦਰ ਤੇ 5 ਮਿੰਟ ਲੇਟ ਜਾ ਕੇ ਦੇਖੋ, 5 ਮਿੰਟ ਪਹਿਲਾਂ ਜਾ ਕੇ ਵੇਖੋ ਸਮਾਜ ਕੀ ਕਹਿੰਦਾ। ਆਪਣੇ ਕਹਿਣ ਵਾਲੇ ਨਾ ਪਿੱਠ ਪਿੱਛੋਂ ਗੱਲਾਂ ਕਰਦੇ, ਗੱਲਾਂ। ਮਾਂ ਸਕੇ ਪੁੱਤ ਦੀਆਂ ਬੁਰਾਈਆਂ ਕਰਦੀ ਹੈ, ਧੀ ਮਾਂ ਦੀਆਂ ਕਰਦੀ ਹੈ ਪਿੱਠ ਪਿੱਛੋਂ, ਪਤੀ ਪਤਨੀ ਦੀਆਂ, ਪਤਨੀ ਪਤੀ ਦੀਆਂ। ਕਿਹਦਾ ਪਰਦਾ ਇੱਥੇ ਸਮਾਜ 'ਚ? ਸਭ ਇੱਕ ਦੂਜੇ ਤੋਂ ਵਿਰੁੱਧ ਬੋਲਦੇ ਆ, ਕਿਉਂਕਿ ਕਲਯੁਗ ਦਾ ਵਰਤਾਰਾ ਹੈ, ਇਹ ਹੋਣਾ ਹੈ, ਕਿਸੇ ਦੇ ਵੱਸ ਨਹੀਂ ਹੈ। ਮਰਦ ਕਹਿੰਦੇ ਸਮਾਜ ਬੇਅਕਲ ਹੋਇਆ ਫਿਰਦਾ ਹੈ, ਜੇ ਰੱਬ ਬਚਾਵੇ ਤਾਂ ਕੋਈ ਬਚ ਸਕਦਾ ਏ। ਗਵਈਆ ਛੰਦ ਪੌਨ ਉਦਾਸ ਔਰ ਮਿਹ ਮਰਦਾਨਾ, ਦੇਖ ਦੁਖੈ ਮਤ ਮੰਦੇ। ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਭਾਈ ਮਰਦਾਨਾ ਥੋੜੇ ਜਿਹੇ ਹੋਰ ਚਿੰਤਤ ਹੋ ਗਏ ਵੀ ਮੈਂ ਤੇ ਦੁਨੀਆ ਤੋਂ ਪਹਿਲਾਂ ਹੀ ਦੁਖੀ ਸੀ। ਬਾਬਾ ਜੇ ਦੁਨੀਆ ਇੰਨੀ ਔਖੀ ਆ ਤੇ ਫਿਰ ਤੇ ਚਿੰਤਾ ਹੋਰ ਵੱਧ ਗਈ। ਆਖੋ ਸਤਨਾਮ, ਮੈਂ ਤਾਂ ਨਹੀਂ ਰਹਿੰਦਾ ਇੱਥੇ। ਜੇ ਏਮਨਾਬਾਦ ਦੇ ਲੋਕ ਸੱਚਮੁੱਚ ਇੰਨੇ ਬੇਕਾਰ ਨੇ, ਬੇਕਾਰ ਕਿਹੜੇ ਆ ਜੀ? ਜਿਹੜੇ ਕਿਸੇ ਕੰਮ ਦੇ ਨਹੀਂ। ਜਦੋਂ ਲੋਕਾਂ ਦੀ ਸੁਣਨੀ ਸ਼ੁਰੂ ਕਰ ਦੋਗੇ ਨਾ ਫਿਰ ਆਪਣੀ ਚਾਲ ਗਵਾ ਲਓਗੇ। ਹੰਸ ਲੱਖ ਮਾਨ ਸਰੋਵਰ ਤੇ ਰਹਿੰਦੇ ਹੋਣ, ਬਗਲਿਆਂ ਨੂੰ ਵੇਖ ਕਦੇ ਆਪਣੀਆਂ ਚਾਲਾਂ ਨਹੀਂ ਬਦਲਦੇ। ਹਾਥੀ ਬੇਸ਼ੱਕ ਜੰਗਲਾਂ 'ਚ ਰਹਿੰਦਾ ਹੋਵੇ, ਕਿਸੇ ਜਾਨਵਰ ਨੂੰ ਵੇਖ ਕੇ ਆਪਣੀ ਚਾਲ ਨਹੀਂ ਬਦਲਦਾ। ਇੱਕ ਕਲਯੁਗ ਦਾ ਮਨੁੱਖ ਹੈ, ਜਣੇ ਖਣੇ ਨੂੰ ਵੇਖ ਕੇ ਉਹੋ ਜਿਹਾ ਬਣਨ ਦੀ ਕੋਸ਼ਿਸ਼ ਕਰਦਾ। ਆਖੋ ਸਤਨਾਮ। ਅੱਜ ਕੋਈ ਨਵਾਂ ਧਰਮ ਪ੍ਰਗਟ ਹੋ ਜੂ, ਕੱਲ ਕੋਈ ਹੋਰ ਹੋ ਜੂ, ਅਸੀਂ ਉਸ ਟ੍ਰੈਂਡ 'ਚ ਆ ਜਾਂਦੇ ਵੀ ਜੇ ਉਹ ਇਦਾਂ ਕਰਦਾ ਮੈਂ ਇਦਾਂ ਕਰਕੇ ਵੇਖ ਲਾਂ, ਜੇ ਉਹਨੇ ਇਹੋ ਜਿਹਾ ਕੀਤਾ ਤੇ ਮੈਂ ਕਰਕੇ ਵੇਖ ਲਾਂ, ਭੇਡ ਚਾਲ ਨਾ। ਇਸੇ ਕਰਕੇ ਸ਼ਾਸਤਰ ਕਰਤਾ ਲਿਖਦੇ ਆ, ਜਗ ਕੀ ਭੇਡਾ ਚਾਲ ਹੈ, ਚਲਤੇ ਕੇ ਪਾਛੇ ਚਲੈ, ਪਰਮਾਰਥ ਨਾ ਸੰਭਾਲ, ਦੇਖੋ ਜਗ ਕੀ ਮੂੜਤਾ। ਕਹਿੰਦੇ ਜੇ ਦੁਨੀਆ ਦੀ ਮੂਰਖਤਾ ਵੇਖਣੀ ਤੇ ਭੇਡਾਂ ਦੇ ਵੱਗ ਵੱਲ ਵੇਖ ਲੈ, ਇੱਕ ਭੇਡ ਖੂਹ 'ਚ ਡਿੱਗੂ ਤੇ ਸਾਰੀਆਂ ਪਿੱਛੇ। ਕਹਿੰਦੇ ਇਹ ਜਗ ਦੀ ਭੇਡ ਚਾਲ ਹੈ। ਲੋਕ ਇੱਥੇ ਪਰਮਾਰਥ ਧਰਮ ਰੱਬ ਨੂੰ ਨਹੀਂ ਪਛਾਣਦੇ, ਪਰਮਾਤਮਾ ਨੂੰ ਭੁੱਲੀ ਫਿਰਦੇ ਨੇ। ਸੁਣ ਲਾਲੋ ਮਨ ਦੀਨ ਭਇਓ ਬੋ, ਪੁਨ ਪੁਨ ਪਦ ਪਰ ਬੰਦੇ। ਜਦੋਂ ਮਰਦਾਨਾ ਜੀ ਕਹਿੰਦੇ ਮਰਦ ਮੇਰਾ ਚਿੱਤ ਨਹੀਂ ਲੱਗਦਾ, ਮੈਂ ਜਾਣਾ ਚਾਹੁੰਦਾ, ਤੇ ਭਾਈ ਲਾਲੋ ਉਪਦੇਸ਼ ਸੁਣ ਕੇ ਭਾਵੁਕ ਹੋ ਗਏ ਸੀ ਤੇ ਬੇਪਰਵਾਹ ਹੋ ਗਏ ਦੁਨੀਆ ਤੋਂ। ਹੋਰ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਫਿਰ ਹੁਣ ਬੇਨਤੀ ਪ੍ਰਵਾਨ ਕਰਿਓ। ਭਾਈ ਮਰਦਾਨੇ ਅੱਗੇ ਵੀ ਹੱਥ ਜੋੜੇ, ਸੱਜਣਾ ਵਾਰ-ਵਾਰ ਨਾ ਕਹਿ ਮੈਂ ਛੱਡ ਕੇ ਜਾਣਾ ਏ। ਏਕ ਮਾਸ ਮੁਝ ਰਹੋ ਆਵਾਸੋ, ਬਿਨੈ ਬਲੋ ਕੋ ਸੁਆਮੀ। ਗੁਰੂ ਸਾਹਿਬ ਕਹਿੰਦੇ ਸਾਨੂੰ ਆਗਿਆ ਦਿਓ ਤੇ ਲਾਲੋ ਜੀ ਮੰਗੋ ਕੁਝ। ਕਹਿੰਦੇ ਮਰਦ ਜੇ ਸੱਚਮੁੱਚ ਦੇਣਾ ਚਾਹੁੰਦੇ ਹੋ ਨਾ, ਸੱਚਮੁੱਚ 1 ਮਹੀਨਾ ਗਰੀਬ ਦੀ ਕੁੱਲੀ ਵਿੱਚ ਕੱਟੋ। ਆਖੋ ਸਤਨਾਮ। ਆ ਮੰਗਿਆ ਭਾਈ ਮਰਦਾਨਾ ਵੇਖੇ ਲਾਲੋ ਜੀ ਵੱਲ, ਹੈ ਇਹ ਕੀ ਹੋ ਗਿਆ? ਮੈਂ 3 ਦਿਨ ਬਹੁਤ ਔਖੇ ਕੱਟੇ ਆ ਇੱਥੇ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ। ਅਜੇ ਭਾਈ ਮਰਦਾਨਾ ਜੀ ਪੂਰਨ ਗੁਰਸਿੱਖ ਨਹੀਂ ਬਣੇ, ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਉਹ ਗੁਰੂ ਨਾਨਕ ਸਾਹਿਬ ਨਾਲ ਤੁਰੇ ਫਿਰਦੇ ਸਿੱਖ ਨੇ ਤੇ ਕੋਈ ਆਮ ਨੇ। ਇਸ ਖੇਡਾਂ ਗੁਰੂ ਪਾਤਸ਼ਾਹ ਦੀਆਂ ਆਪ ਵਰਤਾ ਰਹੇ ਨੇ ਮਰਜ। ਭਾਈ ਮਰਦਾਨੇ ਦਾ ਮਨ ਮਰਜ ਨੇ ਹੋਰ ਭੜਕਾਤਾ ਵੀ ਮੈਂ ਤਾਂ ਨਹੀਂ ਰਹਿੰਦਾ ਇੱਥੇ, ਜੋ ਮਰਜ਼ੀ ਹੋ ਜੇ, ਗੁਰੂ ਸਾਹਿਬ ਰਹਿੰਦੇ ਰਹਿ ਜਾਣ, ਮੈਂ ਜਾਊਂਗਾ। ਮਨ 'ਚ ਖਿਆਲ ਚੱਲ ਪਏ। ਸਤਿਗੁਰ ਦਿਲਾਂ ਦੀਆਂ ਜਾਣਦੇ ਨੇ। ਉਧਰ ਲਾਲੋ ਜੀ ਬਾਰ-ਬਾਰ ਤਰਲੇ ਕਰਦੇ, ਕਹਿੰਦੇ ਮਹਾਰਾਜ ਕੱਲਿਆਂ ਛੱਡ ਕੇ ਜਾਵੋ ਨਾ। ਉਨ ਗਵਣੇ ਹੋ ਜਿਤ ਇੱਛਾ ਹੋਵੇ, ਸ੍ਰੀ ਗੁਰ ਅੰਤਰਜਾਮੀ। ਐ ਅੰਤਰਜਾਮੀ ਸਤਿਗੁਰੂ ਜੀ 1 ਮਹੀਨੇ ਬਾਅਦ ਜਿੱਥੇ ਆਪ ਜੀ ਦੀ ਇੱਛਾ ਹੋਏਗੀ ਆਪ ਵਿਚਰ ਸਕਦੇ ਹੋ। ਮੇਰੀ ਪੱਤ ਰੱਖ ਲਓ, ਕਿਉਂਕਿ ਲੋਕ ਬਾਹਰ ਮੰਦਾ ਚੰਗਾ ਬੋਲਦੇ, ਤੁਸੀਂ ਚਲੇ ਗਏ ਨਾ ਲੋਕ ਖੁਸ਼ ਹੋਣਗੇ। ਵੇਖਿਆ ਫਕੀਰ ਭਜਾਤੇ। ਜੋ ਦੁਨੀਆ ਚਾਹੁੰਦੀ ਹੈ ਮੈਂ ਨਹੀਂ ਚਾਹੁੰਦਾ, ਉਹੀ ਕੁਝ ਹੋਵੇ। ਦੇਖ ਦੀਨਤਾ ਦਾਸ ਈਠ ਕੀ, ਮਾਨ ਲਹੇ ਤੇ ਬੈਨਾ। ਜਦੋਂ ਲਾਲੋ ਜੀ ਦੀ ਬਾਰ-ਬਾਰ ਪਿਆਰ ਦੀ ਬੇਨਤੀ ਸਤਿਗੁਰਾਂ ਨੇ ਸੁਣੀ, ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ 3 ਵਾਰ ਕਹਿੰਦੇ 7 ਬਚਨ 7 ਬਚਨ 7 ਬਚਨ।
ਠੀਕ ਹੈ ਲਾਲੋ ਜੀ, ਜੇ ਤੁਸੀਂ ਜਿੱਦ ਕਰਦੇ ਹੋ, ਹੱਠ ਕਰਦੇ ਹੋ ਅਸੀਂ ਨਾ ਜਾਈਏ, ਫਿਰ ਤੇਰੇ ਪਾਸ ਰਹਾਂਗੇ। ਲਾਲੋ ਬਚਨ ਨਾ ਮਿਟਿਆ ਜਾਏ, ਭਨਤ ਪਈ ਗੁਣ ਐਨਾ। ਮਰਦਾਨਾ ਜੀ ਸਤਿਗੁਰਾਂ ਵੱਲ ਔਖੇ ਜਿਹੇ ਹੋ ਕੇ ਵੇਖਦੇ, ਬਾਬਾ ਕੀ ਕਹਿਦਾ? ਗੁਰੂ ਸਾਹਿਬ ਕਹਿੰਦੇ, ਮਰਦਾਨਿਆ ਲਾਲੋ ਪਿਆਰੇ ਦਾ ਬਚਨ ਮੇਟਿਆ ਨਹੀਂ ਜਾ ਸਕਦਾ, ਅਸੀਂ ਮੇਟ ਨਹੀਂ ਸਕਦੇ, ਮੋੜ ਨਹੀਂ ਸਕਦੇ, ਇਹਦੇ ਅੱਗੇ ਬੇਵੱਸ ਹਾਂ। ਏਕ ਮਾਸ ਰਹੀਐ ਮਰਦਾਨਾ, ਬਹੋਰੂ ਕਰ ਪਿਆਨਾ। ਗੁਰੂ ਸਾਹਿਬ ਬੜੇ ਅਦਬ ਨਾਲ ਆਖਣ ਲੱਗੇ, ਮਰਦਾਨਿਆ 1 ਮਹੀਨਾ ਰੁਕ ਜਾ, ਜਿੱਥੇ 3 ਦਿਨ ਕੱਢਿਆ ਭੱਜਿਆ ਜਾਣਾ ਮਹੀਨਾ, ਫਿਰ ਆਪਾਂ ਜਿੱਥੇ ਕਹੇਗਾ ਉੱਥੇ ਚੱਲਾਂਗੇ। ਕਿੰਨਾ ਪ੍ਰੇਮ ਕਰਦੇ ਨੇ ਸਤਿਗੁਰ ਮਰਦਾਨਾ ਜੀ ਨੂੰ ਭਾਈ ਸਾਹਿਬ। ਪਰ ਭਾਈ ਮਰਦਾਨਾ ਜੀ ਨਾਰਾਜ਼ ਹੋ ਗਏ, ਉਦਾਸ ਹੋ ਗਏ। ਉਹਨਾਂ ਤੇ 3 ਦਿਨ ਬੜੇ ਔਖੇ ਕੱਢੇ, ਵੀ ਲੋਕ ਮੈਨੂੰ ਕਰਾਈਆ ਕਹਿੰਦੇ, ਡੂਮ ਕਹਿੰਦੇ, ਮਰਾਸੀ ਕਹਿੰਦੇ, ਮਾੜਾ ਕਹਿੰਦੇ, ਆਪ ਸ਼ਬਦ ਬੋਲਦੇ ਆ, ਵੀ ਬੇਲੜ ਤੁਰੇ ਫਿਰਦੇ ਆ, ਚੁੱਕੀ ਰਵਾਬ ਕਦੇ ਕਿਤੇ ਕਦੇ ਕਿਤੇ। ਘੱਟ ਬੋਲਿਆ ਲੋਕਾਂ ਨੇ, ਪਰ ਮੇਰੇ ਸਤਿਗੁਰ ਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ। ਇਹ ਤੇ ਸੁਲਤਾਨਪੁਰ ਦੀ ਧਰਤੀ ਤੋਂ ਸ਼ੁਰੂ ਹੋ ਗਿਆ ਸੀ, ਕੋਈ ਆਖੇ ਭੂਤ ਨਾ ਕੋ ਕਹਿ ਬੇਤਾਲਾ, ਤੇ ਅਸੀਂ ਕਹਾ ਲਾਂਗੇ ਕਿਸੇ ਤੋਂ? ਸਾਡੇ ਅੰਦਰ ਸਹਿਨਸ਼ੀਲਤਾ ਨਹੀਂ। ਅੱਜ ਕਲਯੁਗ ਦਾ ਐਸਾ ਵਰਤਾਰਾ ਵਰਤਦਾ ਹੈ, ਕਿਸੇ ਅੰਦਰ ਸਹਿਨਸ਼ੀਲਤਾ ਨਹੀਂ। ਕਿਸੇ ਰਿਸ਼ਤੇ ਵਿੱਚ ਪਤਨੀ ਪਤੀ ਦੀ ਗੱਲ ਸੁਣ ਕੇ ਬਰਦਾਸ਼ਤ ਨਹੀਂ ਕਰਦੀ, ਭਰਾ ਭਰਾ ਨੂੰ ਬਰਦਾਸ਼ਤ ਨਹੀਂ ਕਰਦਾ, ਪੁੱਤ ਮਾਂ ਦੀ ਗੱਲ ਸੁਣ ਕੇ ਬਰਦਾਸ਼ਤ ਨਹੀਂ ਕਰਦਾ, ਕੁਝ ਨਾ ਕੁਝ ਕਰ ਬਹਿੰਦਾ ਹੈ। ਕਿੰਨਾ ਭਿਆਨਕ ਦੌਰ ਹੈ। ਨਿੱਤ ਵੇਖਦੇ ਆ ਨਾ ਹੈਡਲਾਈਨ ਅਖਬਾਰਾਂ ਦੀ, ਇਹ ਤੇ ਨਵੀਆਂ ਗੱਲਾਂ ਉਹਨਾਂ ਨੂੰ ਲੱਗਦੀਆਂ ਨੇ ਜਿਨ੍ਹਾਂ ਨੂੰ ਹੁੰਦਾ ਵੀ ਇਹ ਪਤਾ ਨਹੀਂ ਕੀ ਹੋ ਗਿਆ। ਪਰ ਜਿਨ੍ਹਾਂ ਦਸਮ ਦੀ ਬਾਣੀ ਪੜ੍ਹੀ ਹੈ, ਗੁਰੂ ਕਲਗੀਧਰ ਦੀ ਰਚਨਾ ਪੜ੍ਹੀ ਹੈ ਨਾ, ਉਹ ਹੱਸਦੇ ਆ, ਮੁਸਕਰਾਉਂਦੇ ਆ ਵੀ ਇਹ ਕੁਝ ਤੇ ਸਤਿਗੁਰਾਂ ਨੇ 300-500 ਸਾਲ ਪਹਿਲਾਂ ਹੀ ਕਹਿਤਾ ਸੀ ਵੀ ਆਹ ਕੁਝ ਹੋਣਾ ਹੈ, ਤੇ ਹੋ ਰਿਹਾ ਹੈ। ਕਿ ਕਲਯੁਗੀ ਮਾਮਾ ਨਹੀਂ, ਕਲਯੁਗੀ ਪਿਓ ਨਹੀਂ, ਕਲਯੁਗੀ ਭੈਣਾ ਨਹੀਂ, ਜਾਂ ਕਲਯੁਗੀ ਭਰਾ ਨਹੀਂ, ਜਾਂ ਕਲਯੁਗੀ ਪੁੱਤ ਨਹੀਂ ਹੈ। ਕੋਈ ਰਿਸ਼ਤਾ 'ਚ ਬਚਿਆ ਹੋਇਆ? ਦੁਨੀਆ ਦਾ ਕਿਹੜਾ ਰਿਸ਼ਤਾ ਏ ਜੋ ਦੁਨੀਆ ਨੇ ਪਵਿੱਤਰ ਛੱਡਿਆ ਹੋਵੇ? ਆਖੋ ਸਤਨਾਮ। ਅੱਜ ਦੇ ਸਮੇਂ 'ਚ ਇਹ ਤੇ ਗੁਰੂ ਸਾਹਿਬ ਨੇ ਪਹਿਲਾਂ ਦੱਸਤਾ ਸੀ। ਸਾਨੂੰ ਔਖਾ ਲੱਗਦਾ ਸੁਣ ਕੇ ਵੀ ਯਾਰ ਦੁਨੀਆ ਇੰਨੀ ਨਿਗਰਦੀ ਜਾਂਦੀ ਹੈ, ਸਮਾਜ ਦਾ ਇੰਨਾ ਮਾੜਾ ਹਾਲ ਹੈ। ਮਰਦ ਨੇ ਸ਼ੀਸ਼ਾ ਤੇ ਪਹਿਲੇ ਹੀ ਵਿਖਾਤਾ ਸੀ, ਕਹਿੰਦੇ ਆ ਕੁਝ ਨਹੀਂ, ਪਰ ਭਗਤੀ ਵਾਲਿਆਂ ਨੂੰ ਇਹ ਚੀਜ਼ਾਂ ਨਹੀਂ ਡਲਾਉਣਗੀਆਂ, ਤੇ ਕਲਯੁਗੀ ਭਗਤ ਹੋਣਗੇ ਨਾ ਜਿਹੜੇ, ਉਹ ਇਹਨਾਂ ਚੀਜ਼ਾਂ ਦੀ ਖੂਬ ਚਰਚਾ ਕਰਨਗੇ। ਹਾਏ ਇਦਾਂ ਕਿਵੇਂ ਹੋ ਗਿਆ, ਰੱਬ ਕਿੱਥੇ ਚਲਿਆ ਗਿਆ, ਆਹ ਕਿਵੇਂ ਹੋ ਗਿਆ। ਅੱਜ ਉਹ ਵੀ ਹੋ ਰਿਹਾ। ਗੁਰੂ ਸਾਹਿਬ ਕਹਿੰਦੇ, ਮਰਦਾਨੇ ਆ ਔਖਾ ਸੌਖਾ 1 ਮਹੀਨਾ ਕੱਟ ਲੈ, ਫੇਰ ਆਪਾਂ ਜਿੱਥੇ ਤੇਰੀ ਇੱਛਾ ਹੋਏਗੀ ਉਸ ਵਤਨ ਚੱਲਾਂਗੇ। ਤਿਰਸਕਾਰ ਇਸ ਕੋ ਕਰ ਕੈਸੇ, ਜਾਹੇ ਆਨੇ ਅਸਥਾਨਾ। ਗੁਰੂ ਸਾਹਿਬ ਕਹਿੰਦੇ, ਮਰਦਾਨੇ ਇੱਕ ਪਾਸੇ ਤੇਰਾ ਨਰਾਦਰ ਆ ਤੇ ਦੂਜੇ ਪਾਸੇ ਭਾਈ ਲਾਲੋ ਦਾ ਹੈ, ਤੇ ਦੋਨੇ ਪਾਸੇ ਨਰਾਦਰ ਆ ਨਾ। ਤੇਰੀ ਨਾ ਮੰਨੀਏ ਤੂੰ ਨਾਰਾਜ਼, ਭਾਈ ਲਾਲੋ ਦੀ ਨਾ ਮੰਨੀ ਉਹਦਾ ਦਿਲ ਟੁੱਟ ਜਾਣਾ। ਮੈਂ ਇੰਨੀਆਂ ਬੇਨਤੀਆਂ ਕੀਤੀਆਂ, ਪਤਾ ਨਹੀਂ ਮੈਂ ਕਿਹੜਾ ਗੁਨਾਹ ਕੀਤਾ, ਗੁਰੂ ਸਾਹਿਬ ਨੇ ਮੇਰੀ ਗੱਲ ਨਹੀਂ ਮੰਨੀ। ਤੇ ਅਗਲੀ ਗੱਲ, ਅੱਜ ਭਾਈ ਲਾਲੋ ਨੂੰ ਛੱਡ ਕੇ ਜਾਂਦੇ ਆ ਤੇ ਲੋਕ ਕਹਿਣਗੇ ਵੇਖਿਆ ਓਏ ਉਸ ਭੁੱਖ ਨੰਗ ਦੇ ਘਰ ਕੁਛ ਨਹੀਂ ਸੀ ਖਵਾਉਣ ਨੂੰ, ਫਕੀਰ ਵੀ ਭੱਜ ਗਏ। ਕਿਉਂਕਿ ਲੋਕ ਭਾਈ ਲਾਲੋ ਨੂੰ ਮਾੜਾ ਕਹਿੰਦੇ ਸੀ, ਸ਼ੂਦਰ ਕਹਿੰਦੇ ਸੀ, ਤਖਾਣ ਕਹਿੰਦੇ ਸੀ, ਨੀਵੀਂ ਜਾਤ ਕਹਿੰਦੇ ਸੀ। ਕੌਣ ਕਹਿੰਦੇ ਸੀ? ਇਹ ਖੱਤਰੀ ਤੇ ਬ੍ਰਾਹਮਣ ਉਹਨਾਂ ਸਮਿਆਂ ਦੇ ਵਿਗੜੇ ਹੋਏ ਅਪ ਸ਼ਬਦ ਬੋਲਦੇ ਸਨ। ਰਹੇ ਦਿਆਲ ਈਮਨਾ ਵਾਦੋ, ਬਾਸਰ ਦੋਏ ਬਤੀਤੇ। ਹੁਣ ਮਰਦਾਨਾ ਜੀ ਕੁਛ ਨਾ ਬੋਲੇ, ਚੁੱਪਚਾਪ ਦਬੇ ਘੁੱਟੇ ਜੇ, ਨਾ ਰੋਟੀ ਚੰਗੀ ਲੱਗੇ ਨਾ ਪਾਣੀ। ਮਾਨੀ ਨਹੀਂ ਮੰਨਦਾ। ਜਿੱਥੇ ਸਾਡਾ ਜੀ ਨਾ ਲੱਗੇ, ਦਿਲ ਨਾ ਲੱਗੇ, ਉੱਥੇ ਕੋਈ ਚੰਗਾ ਲੱਗਦਾ? ਕਹਿੰਦੇ 2 ਦਿਨ ਸਤਿਗੁਰਾਂ ਨੇ ਕੱਟੇ ਲਾਲੋ ਜੀ ਦੇ ਬਚਨਾਂ ਨੂੰ ਸੁਣ ਕੇ। ਭਾਈ ਮਰਦਾਨਾ ਜੀ ਭੁੱਖ ਲੱਗਦੀ ਰੋਟੀ ਖਾ ਲੈਂਦੇ, ਹੁਣ ਬਾਹਰ ਨਹੀਂ ਜਾਂਦੇ ਕਿਤੇ, ਉਦਾਸ ਬੈਠੇ ਰਹਿੰਦੇ ਆ, ਘਰ 'ਚ ਵਿਚਰਦੇ ਰਹਿੰਦੇ, ਇੱਧਰ ਉੱਧਰ, ਕਦੇ ਚਲੇ ਵੀ ਜਾਂਦੇ ਤੇ ਫੇਰ ਮੁੜ ਆਉਂਦੇ ਆ। ਮਤਲਬ ਬੁਝਿਆ ਮਨ ਹੈ। ਸੋਚਦੇ ਆ ਮੇਰੇ ਤੇ 2 ਦਿਨ ਪਹਾੜਾਂ ਵਰਗੇ ਆ, 28 ਦਿਨ ਕਿਵੇਂ ਲੰਘਣਗੇ, ਮਹੀਨਾ ਕਿਵੇਂ ਬਤੀਤ ਹੋਵੇਗਾ। ਜਿਸ ਕਰਨਾ ਤੇ ਜਨਮ ਮਰਨ ਗਤ, ਨਾਮ ਜਪੇ ਜਮ ਪੀਤੇ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੰਨੇ ਪ੍ਰਸੰਨ, ਜੱਗ ਦੀ ਪਰਵਾਹ ਕੋਈ ਨਹੀਂ। ਭਾਈ ਲਾਲੋ ਦੇ ਪ੍ਰੇਮ ਵਿੱਚ ਸਤਿਗੁਰ ਬੱਧੇ ਰਹਿੰਦੇ ਆ। ਭਾਈ ਲਾਲੋ ਸਿਮਰਨ ਕਰਦੇ ਆ, ਬੰਦਗੀ ਕਰਦੇ, ਗੁਰੂ ਸਾਹਿਬ ਕੋਲ ਬਹਿ ਕੇ ਸੁਣਦੇ, ਤੇ ਕਦੇ ਕਦੇ ਰੱਬ ਦੀਆਂ ਕਥਾਵਾਂ ਸੁਣਾਉਂਦੇ ਨੇ। ਸੁਣਦੇ ਮਰਦਾਨਾ ਜੀ ਵੀ ਕੋਲ ਬੈਠੇ ਆ, ਪਰ ਉਹਨਾਂ ਦਾ ਧਿਆਨ ਇੱਧਰ ਉੱਧਰ ਰਹਿੰਦਾ ਹੈ ਵੀ ਜੇ ਬਾਬਾ ਜੀ ਕਹਿਣ ਮਰਦਾਨਿਆ ਘੁੰਮਿਆ ਕਿਤੇ, ਗੇੜਾ ਗੋੜਾ ਲਾਇਆ ਕਿਤੇ ਜਾ ਕੇ। ਕਿਉਂਕਿ ਉਚਾਟ ਹੈ ਇਹ ਮਨ, ਇਹੋ ਜਿਹਾ ਬੇਈਮਾਨ ਨਾ ਕਿਸੇ ਦਾ ਵੀ ਹੋਵੇ,
ਜੇ ਕਹੇ ਵੀ ਮੈਂ ਨਹੀਂ ਮੰਨਦਾ, ਲੈ ਇਹਨੂੰ ਕੋਈ ਮਨਾ ਕੇ ਦਿਖਾਓ, ਆਖੋ ਸਤਨਾਮ। ਕੋਈ ਆਖੇ ਵੀ ਮੈਂ ਇਸ ਕੰਟਰੀ 'ਚ ਰਹਿਣਾ ਹੀ ਨਹੀਂ, ਜੋ ਮਰਜ਼ੀ ਹੋ ਜੇ, ਮੈਂ ਕਹਿੰਦਾ ਜੀ ਜਿੰਨੀਆਂ ਮਰਜ਼ੀ ਜੋਬ ਆਫਰ ਕਰ ਦਿਓ, ਕੋਠੀਆਂ ਦੇ ਦਿਓ, ਕਹਿੰਦਾ ਮੈਂ ਛੱਡਤਾ ਤੇ ਛੱਡਤਾ। ਤੇ ਜਿਹਨੇ ਰਹਿਣਾ ਨਾ ਉਹਨੂੰ ਭਾਵੇਂ ਰੋਜ਼ ਪੱਥਰ ਵੀ ਪੈਂਦੇ ਹੁਣ, ਮਨ ਦੀ ਗੱਲ ਹੈ। ਕਹਿੰਦਾ ਮੈਂ ਦੁੱਖ ਭੁੱਖ ਝੱਲ ਨੂੰ, ਮੈਂ ਜਾਣਾ ਤੇ ਜਾਣਾ ਹੈ, ਰਹਿਣਾ ਤੇ ਰਹਿਣਾ ਹੈ, ਮਨ ਦੀ ਗੱਲ ਹੈ। ਮਨ ਰਹੇ ਨਾ ਤੇ ਕੋਠੀਆਂ 'ਚ ਨਾ ਰਹੇ, ਤੇ ਰਹਿਣ ਵਾਲੇ ਨਾ ਸੜਕਾਂ ਤੇ ਵੀ ਜ਼ਿੰਦਗੀ ਬਤੀਤ ਕਰਦੇ, ਮਨ ਦੀ ਖੇਡ ਹੈ। ਬੜੇ ਲੋਕ ਤੁਹਾਨੂੰ ਇਦਾਂ ਮਿਲ ਜਾਣਗੇ, ਪੋਸਟ ਗ੍ਰੈਜੂਏਟ ਪੜ੍ਹੇ ਲਿਖੇ, ਬੈਠੇ ਸੜਕਾਂ ਤੇ ਟਾਈਮ ਪਾਸ ਕਰਦੇ, ਜਿਹੜੇ ਕੱਪੜੇ ਪਾਏ 6-6 ਮਹੀਨੇ ਪਾਏ ਆ। ਮਨ ਦੀ ਮੌਜ ਹੈ ਨਾ, ਮਨ ਦੀ ਗੱਲ ਹੈ। ਜਿਹਦਾ ਮਨ ਟਿਕ ਗਿਆ ਉਹਨੂੰ ਰੱਬ ਮਿਲ ਗਿਆ, ਸਭ ਕੁਝ ਮਿਲ ਗਿਆ। ਜਿਹਦਾ ਟਿਕਿਆ ਨਹੀਂ ਉਹ ਸਾਰੀ ਜ਼ਿੰਦਗੀ ਅਰਬਾਂ ਖਰਬਾਂ ਕਮਾ ਕੇ ਵੀ ਉਹ ਭਟਕਦਾ ਹੀ ਫਿਰਦਾ ਏ, ਹਰ ਵੇਲੇ ਤੜਫਦਾ ਹੈ, ਬੇਚੈਨ ਹੈ। ਕਿੰਨੀ ਕੁ ਵੱਡੀ ਜ਼ਿੰਦਗੀ ਹੈ, ਕੋਈ ਪਤਾ ਨਹੀਂ ਕਦੋਂ ਪਟਾਕਾ ਬੋਲ ਜਾਣਾ ਹੈ, ਕਦੋਂ ਕਿਹਨੇ ਤੁਰ ਜਾਣਾ ਹੈ। ਇਹ ਗੱਲਾਂ ਕਹਿਣ ਦੀਆਂ ਨੇ, ਮਨ ਇਹਨਾਂ ਨੂੰ ਨਹੀਂ ਮੰਨਦਾ, ਆਖੋ ਸਤਨਾਮ। ਜਿੱਦਣ ਮਨ ਨੇ ਮੰਨ ਲਿਆ ਉਸੇ ਦਿਨ ਮਨ ਨੇ ਚੌਂਕੜਾ ਲਾ ਲੈਣਾ, ਉਹ ਮਨਾ ਮੇਰਿਆ ਕਰਦਾ ਕਾਦੇ ਲਈਐ, ਕਿਹਦੇ ਲਈ ਕਰਦਾ ਹੈ, ਇੱਥੇ ਕੌਣ ਤੇਰਾ ਏ। ਆਸਨ ਪੈ ਆਸੀਨ ਕਿਰਪਾਲਾ, ਪੈਰ ਪਲੋਟਤ ਲਾਲੋ। ਹੁਣ ਗੁਰੂ ਸਾਹਿਬ ਤੇ ਬੜੇ ਆਨੰਦ 'ਚ ਬੈਠੇ ਆ ਜੀ, ਆਸਣ ਤੇ ਮਰਜ ਵਿਰਾਜਮਾਨ ਹੋ ਜਾਂਦੇ ਆ। ਭਾਈ ਲਾਲੋ ਸਤਿਗੁਰਾਂ ਦੇ ਚਰਨ ਦਬਾਉਂਦੇ ਰਹਿੰਦੇ ਆ। ਗਰੀਬ ਨਵਾਜ ਕਹਿੰਦੇ ਮਰਦਾਨੇ ਆ ਰਬਾਬ ਜਾ ਭਾਲੀ, ਸੁਣਾ ਕੋਈ ਰੱਬ ਦੀ, ਸੁਣਾ ਦਿੰਦੇ ਆ, ਬਚਨ ਮੰਨਦੇ ਰਹਿੰਦੇ ਆ। ਪਰ ਅੰਦਰੋਂ ਮਨ ਆ ਨਾ ਜਿਹੜਾ, ਇਹ ਗੈਰ ਹਾਜ਼ਰ ਹੈ, ਮਨ ਦੁਖੀ ਬੜਾ ਹੈ, ਦਬਿਆ ਘੁੱਟਿਆ ਹੈ। ਜਦੋਂ ਮਨ ਇਹ ਫੀਲ ਕਰ ਲੈਂਦਾ ਨਾ ਵੀ ਮੈਂ ਇੱਥੇ ਸੇਫ ਨਹੀਂ ਆ, ਮੈਨੂੰ ਠੀਕ ਨਹੀਂ ਲੱਗਦਾ, ਇਹਨੂੰ ਜਿੰਨੇ ਮਰਜ਼ੀ ਸਬਜ਼ ਬਾਗ ਵਿਖਾ ਦਿਓ, ਲੱਗਦਾ ਹੀ ਨਹੀਂ ਕਿਤੇ। ਮਨ ਕਿਸੇ ਦਾ ਕਿਸੇ ਨਾਲ ਲੱਗ ਜੇ, ਲੱਖਾਂ ਰਿਸ਼ਤੇ ਉਹਦੇ ਸਾਹਮਣੇ ਆ ਜਾਣ, ਲੱਖਾਂ ਹੀ ਜ਼ੀਰੋ ਨੇ। ਲੱਗਾ ਕਿਤੇ ਹੋਇਆ, ਬਿਰਤੀ ਕਿਤੇ ਲੱਗੀ ਹੋਈ ਹੈ। ਜਿਹਦਾ ਮਨ ਰੱਬ ਨਾਲ ਜੁੜ ਗਿਆ, ਜਮਾਨਾ ਇੱਕ ਪਾਸੇ ਹੋ ਜੇ, ਕਹਿੰਦਾ ਪਰਵਾਹ ਨਹੀਂ ਕਿਸੇ ਕੇਰੀ ਬਾਜ, ਸੱਚਾ ਨਾ ਏ। ਉਹ ਇੱਕ ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ, ਕਹਿੰਦਾ ਰੱਬ ਮੇਰਾ ਤੇ ਮੈਂ ਰੱਬ ਦਾ। ਹੁਣ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਕੋਲ ਬੈਠੇ ਵੇਖਦੇ ਆ, ਭਾਈ ਲਾਲੋ ਦਾ ਪਿਆਰ ਵੜਾ, ਸਾਰੀ ਸਾਰੀ ਰਾਤ ਚਰਨ ਦਬਾਉਂਦਾ ਰਹਿੰਦਾ ਏ। ਜੇ ਕੋ ਮੁਨ ਜਨ ਧਿਆਨ ਤਰਤ ਹੈ, ਬਸੈ ਜਿਉਰ ਨਹਿ ਕਾਲੋ। ਹੁਣ ਇੱਥੇ ਭਾਈ ਲਾਲੋ ਇੰਨੀ ਸੇਵਾ ਕਰਦੇ, ਕਹਿੰਦੇ ਕੋਈ ਮੁਨੀ ਜਨ ਸਾਧੂ ਆ ਕੇ ਵੀ ਇੰਨੀ ਸੇਵਾ ਨਹੀਂ ਕਰ ਸਕਦਾ ਜਿੰਨੀ ਸਤਿਗੁਰਾਂ ਨੇ ਮੈਨੂੰ ਸੌਂਪਤੀ। ਵੱਡੇ ਭਾਗ ਨੇ। ਮਰਦਾਨਾ ਜੀ ਦ੍ਰਿਸ਼ ਵੇਖਦੇ ਰਹਿੰਦੇ ਆ, ਅੰਦਰੋਂ ਖਿਆਲ ਹੈ ਵੀ ਜੇ ਬਾਬਾ ਜੀ ਨੇ ਮੇਰੀ ਗੱਲ ਨਾ ਮੰਨੀ ਨਾ, ਮੈਂ ਕਹਿਣਾ ਮਰਜ ਮੈਨੂੰ ਮੇਰੇ ਪਿੰਡ ਭੇਜ ਦਿਓ, ਆਖੋ ਸਤਨਾਮ। ਮੈਂ ਨਹੀਂ ਜਾ ਸਕਦਾ ਤੁਹਾਡੇ, ਤੁਹਾਡਾ ਤੇ ਸਾਧਾਂ ਵਾਲਾ ਕੰਮ ਹੈ। ਆਏ 2 ਦਿਨ ਵਾਸਤੇ ਸੀ, ਬਹਿ ਗਏ ਮਹੀਨਾ, ਫਿਰ ਸਾਡਾ ਸਮਾਂ ਤੁਹਾਡੇ ਨਾਲ ਕਿਵੇਂ ਬਤੀਤ ਹੋਵੇਗਾ। ਬੈਸਿਓ ਨਿਕਟ ਭਨਤ ਮਰਦਾਨਾ, ਤੁਮ ਹਈਆਂ ਬੋਦਨ ਰਹਿਣਾ। ਹੁਣ ਰੋਜ਼ ਭਾਈ ਮਰਦਾਨਾ ਕਹਿਣਾ ਚਾਹੁੰਦਾ, ਪਰ ਹਿੰਮਤ ਜੀ ਨਹੀਂ ਪੈਂਦੀ, ਕੋਲ ਬੈਠਾ ਰਹਿੰਦਾ ਹੈ, ਗੱਲ ਬੁੱਲਾਂ ਤੇ ਆ ਕੇ ਵਾਪਸ ਹੋ ਜਾਂਦੀ। ਅੱਜ ਬੈਠਾ ਬੈਠਾ ਕਹਿੰਦਾ ਬਾਬਾ ਤੁਸਾਂ ਇਹਾਂ ਰਹਿਣਾ, ਇਹ ਬੋਲੀ ਆ ਉਤਰਦੀ, ਤੁਸੀਂ ਇੱਥੇ ਰਹੋਗੇ, ਲੰਬਾ ਸਮਾਂ ਰਹਿਣਾ ਹੋਣਾ। ਮਰਦ ਨੇ ਭਾਈ ਮਰਦਾਨੇ ਵੱਲ ਵੇਖਿਆ, ਮੁਸਕਰਾ ਪਏ ਵੀ ਪਲਾਨ ਕੀ ਕਰਦਾ, ਸੋਚਦਾ ਕਿ ਗੁਰੂ ਤੇ ਦਿਲਾਂ ਦੀਆਂ ਜਾਣਦੇ ਆ। ਕਹਿੰਦੇ ਬਾਬਾ ਜੇ ਤੁਸਾਂ ਇੱਥੇ ਇਹਾਂ ਲੰਮਾ ਸਮਾਂ ਰਹਿਣਾ ਹੈ ਤੇ ਮੈਨੂੰ ਦੱਸ ਦਿਓ। ਦੇਹੋ ਨਦੇਸ ਜਾਓ ਤਲਵੰਡੀ, ਕਹੋ ਤਹਾਂ ਜੋ ਕਹਿਣਾ। ਤੇ ਮਰਦ ਜੇ ਤੁਸੀਂ ਲੰਬਾ ਸਮਾਂ ਇੱਥੇ ਰਹਿਣਾ, ਫਿਰ ਬਹਾਨਾ ਕੀ ਬਣਾਇਆ। ਕਹਿੰਦੇ ਤੁਹਾਡੀ ਮੈਂ ਖਬਰ ਸਾਰ ਜੇ ਕਹੋ ਰਾਏ ਭੋਏ ਦੀ ਤਲਵੰਡੀ ਨਾ ਦੇ ਆਵਾਂ, ਆਖੋ ਸਤਨਾਮ। ਵੀ ਮੈਂ ਤੁਹਾਡੇ ਪਿਤਾ ਜੀ ਨੂੰ ਦੱਸ ਆਉਣਾ ਵੀ ਤੁਹਾਡਾ ਪੁੱਤ ਸਹੀ ਸਲਾਮਤ ਹੈ, ਬਹਾਨਾ ਤੇ ਲੱਭਣਾ ਨਾ ਕੋਈ ਜਾਣਦਾ। ਕਹਿੰਦੇ ਬਾਬਾ ਤੁਸੀਂ ਇੱਥੇ ਲਾਓ ਮਹੀਨਾ। ਮੈਂ ਗਿਆ ਤੇ ਆਇਆ। ਗੁਰੂ ਸਾਹਿਬ ਜੀ ਨੇ ਸੁਣਿਆ, ਸੁਣ ਕੇ ਜਵਾਬ ਨਾ ਦਿੱਤਾ ਕੋਈ। ਦੂਜਾ ਦਿਨ ਫੇਰ ਹੋਇਆ, ਕਹਿੰਦੇ ਬਾਬਾ ਜੀ ਜੇ ਤੁਸੀਂ ਇੱਥੇ ਫਿਰ ਲੰਮਾ ਸਮਾਂ ਰਹਿਣਾ ਨਾ, ਰਹੋ। ਮੈਂ ਕਹਿੰਦਾ 1 ਮਹੀਨਾ ਛੱਡੋ, 2 ਮਹੀਨੇ ਰਹੋ, ਪਰ ਮੈਨੂੰ ਆਗਿਆ ਦਿਓ ਜੀ, ਮੈਂ ਇੱਥੇ ਤੋਂ ਪਲ ਨਹੀਂ ਰਹਿ ਸਕਦਾ, ਆਖੋ ਸਤਨਾਮ। ਜੇ ਕਹੋ ਤੇ ਮੈਂ ਤਲਵੰਡੀ ਜਾ ਆਵਾਂ, ਨਾਲੇ ਬੱਚਿਆਂ ਨੂੰ ਮਿਲੇ ਆਉਣਾ, ਪਰਿਵਾਰ ਨੂੰ ਮਿਲੇ ਆਉਣਾ, ਤੁਸਾਂ ਦੇ ਪਿਤਾ ਜੀ ਨੂੰ ਮਿਲੇ ਆਉਣਾ। ਗੁਰੂ ਸਾਹਿਬ ਵੇਖ ਰਹੇ ਆ ਵੀ ਭਾਈ ਮਰਦਾਨਾ ਕਾਲਾ ਹੋਇਆ ਪਿਆ। ਮਰਦ ਕਹਿੰਦੇ ਜਾਣਾ ਫਿਰ, ਕਹਿੰਦਾ ਹਾਂਜੀ। ਕਹਿੰਦੇ ਜਾ ਫਿਰ, ਆਖੋ ਸਤਨਾਮ। ਮੇਰਾ ਬਾਬਾ ਇੰਨਾ ਬੇਪਰਵਾਹ ਏ। ਕਹਿੰਦੇ ਜਾ ਮਰਦਾਨਿਆਂ ਜਾਣਾ। ਅੰਦਰੋਂ ਬੜੀ ਖੁਸ਼ੀ, ਉੱਤੋਂ ਉੱਤੋਂ ਕਹਿੰਦੇ ਮਰਜ ਫਿਰ ਮੈਂ ਛੱਡ ਕੇ ਕਿਵੇਂ ਜਾਊਂ ਤੁਹਾਨੂੰ। ਪਹਿਲਾਂ ਸਮਝਾ ਕੇ ਹਟਿਆ ਨਾ ਮਰਜ ਵੀ ਦੁਨੀਆ ਕਿਹੜੇ ਪਾਸੇ ਹੈ।
ਕਈ ਵਾਰ ਨਾ ਅਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ ਹੁੰਦੇ ਵੀ ਕੋਈ ਸਾਡੇ ਘਰੇ ਆਵੇ, ਸਾਡੇ ਕੋਲ ਬੈਠੇ ਸਾਨੂੰ ਬੁਲਾਵੇ, ਪਰ ਦੁਨਿਆਵੀ ਤੌਰ ਤੇ ਅਸੀਂ ਪਤਾ ਕੀ ਕਰਨਾ ਹੈ, ਆਓ ਭਾਜੀ ਆਓ, ਜੀ ਆਇਆਂ ਨੂੰ ਰੋਜ਼ ਚੇਤੇ ਕਰਦੇ ਆ, ਬੜੇ ਦਿਨ ਹੋ ਗਏ ਦਿਸੇ ਨਹੀਂ ਤੁਸੀਂ, ਓਏ ਸੱਚ ਬੋਲ ਅੰਦਰ ਕੀ ਹੈ ਤੇਰੇ, ਇਹ ਕਹਿ ਵੀ ਅੱਜ ਮੱਥੇ ਕਿਉਂ ਲੱਗਿਆ, ਆਖੋ ਸਤਨਾਮ। ਮੈਂ ਤੇ ਕਹਿੰਦਾ ਸੀ ਖੜਾ ਛੁੱਟ ਗਿਆ, ਵਧੀਆ ਹੋਇਆ। ਇਹ ਆ ਦੋ ਗਲੀ ਨੀਤੀ ਸੰਸਾਰ ਕਰਦਾ ਹੈ। ਪਹਿਲਾਂ ਕਿਹਾ ਵੀ ਇਹ ਦੁਨੀਆ ਹੈ, ਸੰਸਾਰ ਹੈ, ਲੋਕ ਜੋ ਅੰਦਰੋਂ ਨੇ ਉਹ ਬਾਹਰੋਂ ਨਹੀਂ ਨੇ, ਜੋ ਬਾਹਰੋਂ ਨੇ ਉਹ ਅੰਦਰੋਂ ਨਹੀਂ ਨੇ। ਤੇ ਗੁਰੂ ਦਾ ਸਿੱਖ ਅੰਦਰੋਂ ਬਾਹਰੋਂ ਇੱਕੋ ਜਿਹਾ ਹੈ। ਉਹ ਜਿਹਨੂੰ ਕੌੜਾ ਬੋਲਦਾ ਅੰਦਰੋਂ ਵੀ ਉਦਾਂ ਹੀ ਬੋਲਦਾ ਹੈ, ਜਿਹਨੂੰ ਮਿੱਠਾ ਬੋਲਦਾ ਅੰਦਰੋਂ ਵੀ ਉਦਾਂ ਹੀ ਬੋਲਦਾ ਹੈ। ਪਰ ਦੁਨੀਆ ਤੇ ਰੱਬ ਦੇ ਪਿਆਰਿਆਂ 'ਚ ਇਹੋ ਹੀ ਫਰਕ ਹੈ। ਭਾਈ ਮਰਦਾਨਾ ਕਹਿੰਦਾ ਮਰਜ ਮੈਨੂੰ ਆਗਿਆ ਦਿਓ, ਮੈਂ ਤਾਂ ਨਹੀਂ ਰਹਿਣਾ ਇੱਥੇ। ਜਿਵੇਂ ਜਿਵੇਂ ਚੋਜ ਵਰਤਣਗੇ ਆਉਣ ਵਾਲੇ ਸਮੇਂ 'ਚ ਅੱਗੇ ਸਰਵਣ ਕਰਾਂਗੇ।